ਹਾਂਜੀ ਵੈਲਕਮ ਤੁਹਾਡਾ ਸਾਰਿਆਂ ਦਾ ਪੰਜਾਬ ਮੈਂਟੋਰ YouTube ਚੈਨਲ ਤੇ। ਸੋ ਅੱਜ ਆਪਾਂ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਸਲੋਜਿਜ਼ਮ ਚੈਪਟਰ ਬਿਲਕੁਲ ਬੇਸਿਕ ਤੋਂ ਆਪਾਂ ਸਟਾਰਟ ਕਰਾਂਗੇ ਕਿਉਂਕਿ ਔਨ ਡਿਮਾਂਡ ਇਹ ਚੈਪਟਰ ਆਪਾਂ ਸਟਾਰਟ ਕੀਤਾ ਗਿਆ ਹੈ। ਬਹੁਤ ਸਾਰੇ ਕਮੈਂਟਸ ਆ ਰਹੇ ਸਨ ਕਿ ਸਲੋਜਿਜ਼ਮ ਚੈਪਟਰ ਕਰਵਾਇਆ ਜਾਵੇ ਕਿਉਂਕਿ ਜਿਹੜਾ ਇਹ ਚੈਪਟਰ ਹੈਗਾ ਮੈਂ ਕਹਿੰਦਾ ਜੀ 100% ਦੇ ਵਿੱਚੋਂ 80% ਸਟੂਡੈਂਟ ਇਸ ਦੇ ਵਿੱਚ ਕਨਫਿਊਜ਼ ਹਨ, ਉਹ ਕਰੈਕਟ ਆਨਸਰ ਇਸ ਦਾ ਕੱਢ ਹੀ ਨਹੀਂ ਪਾਉਂਦੇ। ਠੀਕ ਹੈ, ਕਾਰਨ ਕੀ ਹੈ? ਕਿਉਂਕਿ ਉਹ ਸਹੀ ਡਾਇਗਰਾਮ ਡਰਾਅ ਨਹੀਂ ਕਰ ਪਾਉਂਦੇ, ਜਿਸ ਕਰਕੇ ਉਹ ਆਨਸਰ ਨਹੀਂ ਕੱਢ ਪਾਉਂਦੇ। ਠੀਕ ਹੈ, ਬਟ ਆਪਾਂ ਡਾਇਗਰਾਮ ਦੇ ਤਰੀਕੇ ਨਾਲ ਇਸ ਨੂੰ ਬਿਲਕੁਲ ਨਹੀਂ ਕਰਾਂਗੇ, ਬਟ ਜਿਹੜਾ ਤਰੀਕਾ ਮੈਂ ਤੁਹਾਨੂੰ ਇਹ ਕਰਾਵਾਂਗਾ ਮੈਨੂੰ ਆਉਂਦਾ ਹੈਗਾ। ਠੀਕ ਹੈ, ਦੇਖੋ ਮੈਂ ਕਦੇ ਵੀ ਡਾਇਗਰਾਮ ਨਾਲ ਇਹ ਸਵਾਲ ਸੋਲਵ ਨਹੀਂ ਕੀਤਾ, ਮੈਂ ਮਨ ਵਿੱਚ ਕਰਦਾ ਹੈਗਾ। ਵਿਦਆਊਟ ਪੈਨ ਐਂਡ ਕਾਪੀ ਵੀ ਇਹ ਸਵਾਲ ਹੋ ਜਾਂਦਾ ਹੈਗਾ। ਠੀਕ ਹੈ, ਵਿਦਆਊਟ ਪੈਨ ਐਂਡ ਕਾਪੀ ਇਹ ਸਵਾਲ ਤੁਸੀਂ ਕਰ ਦੋਗੇ ਜੇਕਰ ਤੁਸੀਂ ਇਸ ਦੇ ਵਿੱਚ ਬਿਲਕੁਲ ਪਰਫੈਕਟ ਬਣ ਗਏ। ਬਟ ਇਹ ਤਰੀਕਾ ਸਿੱਖਣ ਤੋਂ ਪਹਿਲਾਂ ਜਿਹੜੀ ਇੱਕ ਕਲਾਸ ਸਪੈਸ਼ਲ ਤੁਹਾਡਾ ਬੇਸ ਬਣਾਉਣ ਲਈ ਆਪਾਂ ਜਿਹੜੀ ਅੱਜ ਦੀ ਕਲਾਸ ਹੈਗੀ, ਠੀਕ ਹੈ, ਇਸ ਦੇ ਵਿੱਚ ਤੁਹਾਡਾ ਬੇਸ ਬਣਾਇਆ ਜਾਊਗਾ ਵੀ ਗੱਲਾਂ ਕੀ ਹੁੰਦੀਆਂ, ਵੀ ਮੈਂ ਕਰ ਕੀ ਰਿਹਾ। ਠੀਕ ਹੈ, ਕਿਉਂਕਿ ਤੁਹਾਨੂੰ ਪਤਾ ਮੈਂ ਮੌਕ ਟੈਸਟ ਪ੍ਰੋਵਾਈਡ ਕਰ ਰਿਹਾ ਸੀਗਾ, ਉਸ ਵਿੱਚ ਮੈਂ ਇਸ ਤਰੀਕੇ ਨਾਲ ਕਰ ਰਿਹਾ ਸੀ, ਤਾਂ ਬਹੁਤ ਸਾਰੇ ਕਮੈਂਟਸ ਆਏ ਕਿ ਇਸ ਤਰੀਕੇ ਨਾਲ ਸਿਖਾਇਆ ਜਾਵੇ, ਤਾਂ ਮੈਂ ਇਹ ਤਰੀਕਾ ਅੱਜ ਤੁਹਾਡੇ ਲਈ ਸਪੈਸ਼ਲ ਕਲਾਸ ਬਣਾਈ ਹੈ ਕਿਉਂਕਿ ਸੰਡੇ ਆਪਾਂ ਤੁਹਾਨੂੰ ਮੌਕ ਟੈਸਟ ਵਾਲੀਆਂ ਕਲਾਸਿਸ ਪ੍ਰੋਵਾਈਡ ਨਹੀਂ ਕਰਦੇ। ਠੀਕ ਹੈ, ਜਿਸ ਕਰਕੇ ਅੱਜ ਥੋੜਾ ਆਪਾਂ ਫ੍ਰੀ ਸੀਗੀ ਬਟ ਆਪਾਂ ਫ੍ਰੀ ਨਹੀਂ ਰਹੇ, ਸੋ ਇਹ ਚੈਪਟਰ ਤੁਹਾਡੇ ਲਈ ਲੈ ਕੇ ਆਏ ਸਲੋਜਿਜ਼ਮ ਚੈਪਟਰ। ਠੀਕ ਹੈ ਜੀ, ਕਿਉਂਕਿ ਦੁਨੀਆ ਦੀ ਕੋਈ ਵੀ ਚੀਜ਼ ਔਖੀ ਨਹੀਂ, ਕੁਝ ਵੀ ਔਖਾ ਨਹੀਂ ਜਿੰਨਾ ਚਿਰ ਆਪਾਂ ਟਰਾਈ ਨਹੀਂ ਕੀਤਾ। ਜਦੋਂ ਆਪਾਂ ਟਰਾਈ ਕਰ ਲਿਆ, ਸਿੱਖ ਲਿਆ, ਤਾਂ ਇਹ ਤਰੀਕੇ ਦੇ ਵਿੱਚ ਵੀ ਤੁਸੀਂ ਪਰਫੈਕਟ ਬਣ ਜਾਵੋਗੇ, ਕੱਲ ਨੂੰ ਕਿਸੇ ਹੋਰ ਨੂੰ ਵੀ ਸਿਖਾ ਦੇਵੋਗੇ। ਠੀਕ ਹੈ, ਸੋ ਅੱਜ ਆਪਾਂ ਬਿਲਕੁਲ ਬੇਸਿਕ ਤੋਂ ਕਰਾਂਗੇ। ਐ ਨਾ ਕਹਿਣਾ ਵੀ ਇਹ ਕੀ ਕਰਾ ਰਹੇ ਆ, ਬਟ ਇਸ ਦੇ ਵਿੱਚ ਤੁਹਾਨੂੰ ਗੱਲਾਂ ਸਿੱਖਣ ਨੂੰ ਮਿਲਣਗੀਆਂ। ਠੀਕ ਹੈ, ਇੱਥੋਂ ਹੀ ਤੁਹਾਡਾ ਬੇਸ ਹੈ ਜਿਹੜਾ ਉਹ ਬਣੇਗਾ। ਨੈਕਸਟ ਜਦੋਂ ਆਪਾਂ ਦੋ ਟੈਂਸ ਲਵਾਂਗੇ, ਦੋ ਵਾਕ ਲਵਾਂਗੇ, ਉਹਨਾਂ ਨੂੰ ਜੋੜਾਂਗੇ, ਉਹ ਗੱਲਾਂ ਫੇਰ ਹੀ ਸਮਝ ਆਉਣਗੀਆਂ ਜੇ ਅੱਜ ਵਾਲੀ ਕਲਾਸ ਦੇਖੋਗੇ। ਇੱਕ ਮੈਂ ਗੱਲ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੈ, ਜੇ ਤੁਹਾਨੂੰ ਡਾਇਗਰਾਮ ਨਾਲ ਇਹ ਚੈਪਟਰ ਕਰਨਾ ਆਉਂਦਾ ਹੈ, ਠੀਕ ਹੈ, ਮਤਲਬ ਵੀ ਤੁਸੀਂ 100% ਐਕੂਰੇਟ ਹੋ, 100% ਕਰੈਕਟ ਆਨਸਰ ਡਾਇਗਰਾਮ ਬਣਾ ਕੇ ਕੱਢ ਦਿੰਦੇ ਹੋ, ਤਾਂ ਇਹ ਤਰੀਕੇ ਵਿੱਚ ਨਾ ਪਇਓ। ਕਿਉਂ? ਕਿਉਂਕਿ ਫਿਰ ਤੁਹਾਨੂੰ ਇਹ ਤਰੀਕਾ ਦੁਬਾਰਾ ਸਿੱਖਣਾ ਪਵੇਗਾ। ਹਾਂ, ਜੇਕਰ ਤੁਸੀਂ ਡਾਇਗਰਾਮ ਨਾਲ ਸਮਝ ਨਹੀਂ ਰਹੇ, ਨਹੀਂ ਕੱਢ ਰਹੇ, ਤਾਂ ਮੈਂ ਕਹਿਣਾ ਜੀ ਇਹ ਕਲਾਸ ਲਗਾਓ। ਠੀਕ ਹੈ, ਬਟ ਇਸ ਤੋਂ ਬਾਅਦ ਤੁਹਾਡਾ ਜਿਹੜਾ ਇਹ ਪ੍ਰਸ਼ਨ ਹੈ ਬਿਲਕੁਲ ਗਲਤ ਨਹੀਂ ਹੋਊਗਾ। ਠੀਕ ਹੈ, ਇਸ ਦੀ ਮੈਂ 100% ਜਿਹੜੀ ਗਰੰਟੀ ਲੈਣਾ ਹੈ, ਬਟ ਆਪਦੇ ਵੱਲੋਂ ਮੈਂ ਪੂਰਾ ਐਫਰਟਸ ਕਰਾਂਗਾ ਵੀ ਤੁਸੀਂ ਵੀ ਜਿਸ ਤਰ੍ਹਾਂ ਮੈਂ ਕਰਦਾ ਇਸ ਚੀਜ਼ ਨੂੰ ਸਮਝ ਪਾਓ। ਠੀਕ ਹੈ, ਉਸ ਦੇ ਲਈ ਤੁਹਾਨੂੰ ਵੀ ਪੂਰਾ ਜਿਹੜਾ ਦਿਮਾਗ ਲਾ ਕੇ ਵੀਡੀਓ ਦੇਖਣੀ ਪਵੇਗੀ। ਅੱਜ ਵਾਲੀ ਦੇਖਿਓ, ਕੱਲ੍ਹ ਵਾਲੀ ਦੇ ਵਿੱਚ ਮੈਂ ਤੁਹਾਨੂੰ ਕਨੈਕਟ ਕਰਨੇ ਸਿਖਾਵਾਂਗਾ। ਠੀਕ ਹੈ, ਟੈਂਸ ਉਦੋਂ ਅਗਲੇ ਪਾਰਟ 'ਚ ਮੈਂ ਤੁਹਾਨੂੰ ਪੋਸੀਬਿਲਿਟੀ ਵਾਲੇ ਬਿਲਕੁਲ ਡਿਫੀਕਲਟ ਸਮ ਵੈਰੀ ਈਜ਼ੀ ਕਰਨੇ ਸਿਖਾਵਾਂਗਾ। ਬਟ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ, ਜਿੰਨੇ ਵੀ ਤੁਹਾਡੇ ਗਰੁੱਪ ਨੇ WhatsApp Facebook, ਸ਼ੇਅਰ ਜ਼ਰੂਰ ਕਰ ਦਿਓ। ਠੀਕ ਹੈ, ਇੰਨੀ ਤੁਹਾਡੇ ਤੋਂ ਜਿਹੜੀ ਅਸੀਂ ਠੀਕ ਹੈ ਉਹ ਕਰਦੇ ਹਾਂ, ਬਸ ਹੋਰ ਸਾਨੂੰ ਕੁਝ ਨਹੀਂ ਚਾਹੀਦਾ। ਠੀਕ ਹੈ, ਬਾਹਲੀਆਂ ਗੱਲਾਂ ਆਪਾਂ ਕਰਦੇ ਨਾ ਹੋਏ। ਇਹ ਚੈਪਟਰ ਅੱਜ ਦਾ ਆਪਾਂ ਸਟਾਰਟ ਕਰਦੇ ਹਾਂ ਸਲੋਜਿਜ਼ਮ ਚੈਪਟਰ। ਠੀਕ ਹੈ, ਚੈਪਟਰ ਦੇ ਵਿੱਚ ਆਪਾਂ ਸਟਾਰਟ ਕਰਦੇ ਹਾਂ, ਬੇਸਿਕ ਕੁਝ ਗੱਲਾਂ ਦੱਸਾਂਗੇ ਤੁਹਾਨੂੰ। ਠੀਕ ਹੈ, ਇਹ ਕੁਝ ਆਪਾਂ ਟੈਂਸ ਲਏ ਹਨ, ਆਲ ARB, ਨੋ AHB, ਸਮ ARB, ਸਮ AR ਨੋਟ B। ਠੀਕ ਹੈ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜਿਹੜਾ ਆਪਣਾ ਆਲ ਹੁੰਦਾ ਹੈ, ਠੀਕ ਹੈ, ਆਲ ਵਰਡ ਹੁੰਦਾ, ਆਲ ਸ਼ਬਦ ਹੁੰਦਾ, ਇਸ ਨੂੰ ਆਪਾਂ ਮੰਨਦੇ ਹੁੰਦੇ ਆ ਜੀ 100। ਹਾਂਜੀ, ਇਸ ਨੂੰ ਆਪਾਂ ਕੀ ਮੰਨਦੇ ਹੁੰਦੇ ਆ? 100। ਯਾਦ ਰੱਖੋ, ਫਿੱਟ ਕਰ ਲਓ, ਆਲ ਨੂੰ ਆਪਾਂ ਹਮੇਸ਼ਾ ਕਿੰਨਾ ਮੰਨਣਾ ਹੈ? 100 ਮੰਨਣਾ ਹੈ। ਠੀਕ ਹੈ ਜੀ, ਨੈਕਸਟ ਹੈ ਜੀ ਆਪਣੇ ਕੋਲੇ ਸਮ। ਜਿਹੜਾ ਆਪਣੇ ਕੋਲੇ ਸਮ ਸ਼ਬਦ ਹੈ, ਇਸ ਨੂੰ ਆਪਾਂ ਕਿੰਨਾ ਮੰਨਣਾ ਹੈ? 50 ਮੰਨਣਾ ਹੈ। ਠੀਕ ਹੈ, ਦੁਬਾਰਾ ਫੇਰ ਯਾਦ ਕਰੋ, ਆਲ ਨੂੰ ਆਪਾਂ ਕੀ ਮੰਨਣਾ ਹੈ? 100 ਮੰਨਣਾ ਹੈ। ਸਮ ਨੂੰ ਆਪਾਂ ਕੀ ਮੰਨਣਾ ਹੈ? 50 ਮੰਨਣਾ ਹੈ। ਸਮ ਨੂੰ ਆਪਾਂ ਕੀ ਮੰਨਣਾ ਹੈ? 50 ਮੰਨਣਾ ਹੈ। ਠੀਕ ਹੈ, ਕਹਿਣ ਦਾ ਭਾਵ 100 ਨੂੰ 50 ਆਪਾਂ ਲਿਖ ਸਕਦੇ ਹਾਂ। ਠੀਕ ਹੈ, 50 ਨੂੰ 100 ਆਪਾਂ ਨਹੀਂ ਲਿਖ ਸਕਦੇ। ਠੀਕ ਹੈ, 100 ਨੂੰ 50 ਆਪਾਂ ਲਿਖ ਸਕਦੇ ਹਾਂ, 50 ਨੂੰ 100 ਆਪਾਂ ਨਹੀਂ ਲਿਖ ਸਕਦੇ। ਠੀਕ ਹੈ, ਇਹ ਗੱਲ ਥੋੜੀ ਤੁਹਾਨੂੰ ਡਿਫੀਕਲਟ ਹੁਣ ਲੱਗੇਗੀ, ਬਟ ਜਦੋਂ ਤੁਸੀਂ ਸਿੱਖ ਕੇ ਫਿਰ ਨਹੀਂ ਲੱਗੇਗੀ। ਠੀਕ ਹੈ, ਆਲ ਕੀ ਹੁੰਦਾ ਹੈ? 100 ਹੁੰਦਾ ਹੈ। ਸਮ ਕੀ ਹੁੰਦਾ ਹੈ? 50 ਹੁੰਦਾ ਹੈ। ਠੀਕ ਹੈ, 100 ਨੂੰ 50 ਲਿਖ ਸਕਦੇ ਹਾਂ, ਮੀਨਸ ਆਲ ਨੂੰ ਸਮ ਲਿਖ ਸਕਦੇ ਹਾਂ, ਸਮ ਨੂੰ ਆਲ ਨਹੀਂ ਲਿਖ ਸਕਦੇ। 100 ਨੂੰ 50 ਲਿਖ ਸਕਦੇ ਹਾਂ, 50 ਨੂੰ 100 ਨਹੀਂ ਲਿਖ ਸਕਦੇ। ਆਈ ਹੋਪ ਇੱਥੋਂ ਤੱਕ ਤੁਹਾਡੇ ਸਾਰਿਆਂ ਦੀ ਗੱਲ ਪੱਲੇ ਪੈ ਗਈ ਹੋਵੇਗੀ। ਗੱਲਾਂ ਕੀ ਨੇ ਉਹ ਫਿਰ ਮੈਂ ਇੰਪਲੀਮੈਂਟ ਕਰਾਂਗਾ, ਪਹਿਲਾਂ ਤੁਹਾਨੂੰ ਪਤਾ ਤਾਂ ਹੁਣ ਵੀ ਕੀ ਹੋ ਰਿਹਾ ਹੈ। ਠੀਕ ਹੈ, ਇੱਕ ਗੱਲ ਤੁਸੀਂ ਹੋਰ ਯਾਦ ਰੱਖਣੀ, ਇਹ ਆਪਣੀ ਫਸਟ ਸਟੈਪ ਹੈਗਾ, ਇਹ ਸੈਕੰਡ ਸਟੈਪ ਹੈਗਾ। ਠੀਕ ਹੈ, ਜਿਹੜਾ ਆਪਣਾ ਨੋ ਹੁੰਦਾ ਹੈ, ਠੀਕ ਹੈ, ਇਸ ਨੂੰ ਆਪਾਂ 100 ਮੰਨਦੇ ਹਾਂ। ਠੀਕ ਹੈ, ਇਸ ਨੂੰ ਆਪਾਂ ਕੀ ਮੰਨਦੇ ਹਾਂ? 100 ਮੰਨਦੇ ਹਾਂ। ਠੀਕ ਹੈ, ਜਿਹੜਾ ਟੈਂਸ ਆਪਣਾ ਨੈਗੇਟਿਵ ਹੈ, ਠੀਕ ਹੈ, ਮਤਲਬ ਉਸ ਦੇ ਵਿੱਚ ਨੋਟ ਵਰਡ ਆ ਰਿਹਾ, ਨੋ ਵਰਡ ਆ ਰਿਹਾ ਹੈ, ਤਾਂ ਉਸ ਦਾ ਆਬਜੈਕਟ ਆਲਵੇਜ਼
100 ਹੁੰਦਾ ਹੈ, ਉਸ ਦਾ ਆਬਜੈਕਟ ਆਲਵੇਜ਼ 100 ਹੁੰਦਾ ਹੈ। ਇੱਥੋਂ ਤੱਕ ਸਾਰੀਆਂ ਗੱਲਾਂ ਤੁਸੀਂ ਦੁਬਾਰਾ ਦੇਖੋ ਕੀ ਕੁਝ ਹੋ ਗਿਆ। ਦੇਖੋ ਜੀ ਮੈਂ ਤੁਹਾਨੂੰ ਕੀ ਕੁਝ ਦੱਸਿਆ। ਆਲ ਨੂੰ ਆਪਾਂ ਕੀ ਲਿਖਦੇ ਆ 100 ਲਿਖਦੇ ਆ, ਆਲ ਨੂੰ ਆਪਾਂ ਕੀ ਲਿਖਦੇ ਆ 100 ਲਿਖਦੇ ਆ, ਸਮ ਨੂੰ ਆਪਾਂ ਕੀ ਲਿਖਦੇ ਆ, ਸਮ ਨੂੰ ਕੀ ਲਿਖਦੇ ਆ ਜੀ, ਸਮ ਨੂੰ ਆਪਾਂ ਲਿਖ ਦਿਆਂਗੇ 50। ਠੀਕ ਹੈ, ਆਲ ਨੂੰ ਆਪਾਂ 100 ਲਿਖਦੇ ਆ, ਸਮ ਨੂੰ ਆਪਾਂ 50 ਲਿਖਦੇ ਆ। ਠੀਕ ਹੈ ਜੀ, ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਵੀ 100 ਨੂੰ ਆਪਾਂ 50 ਲਿਖ ਸਕਦੇ ਆ। ਠੀਕ ਹੈ, ਬਟ 50 ਨੂੰ ਆਪਾਂ 100 ਨਹੀਂ ਲਿਖ ਸਕਦੇ। 100 ਨੂੰ 50 ਲਿਖ ਸਕਦੇ ਆ, 50 ਨੂੰ 100 ਨਹੀਂ ਲਿਖ ਸਕਦੇ। ਕਹਿਣ ਦਾ ਭਾਵ ਆਲ ਨੂੰ ਸਮ ਲਿਖ ਸਕਦੇ ਆ, ਸਮ ਨੂੰ ਆਲ ਨਹੀਂ ਲਿਖ ਸਕਦੇ। ਦੂਜੀ ਗੱਲ ਮੈਂ ਤੁਹਾਨੂੰ ਕੀ ਦੱਸੀ ਵੀ ਜਿਹੜਾ ਆਪਣਾ ਨੋ ਹੁੰਦਾ ਇਹਨੂੰ ਆਪਾਂ 100 ਮੰਨਦੇ ਆ। ਠੀਕ ਹੈ, ਜਾਂ 100 ਲਿਖਦੇ ਆ। ਜਿਹੜਾ ਆਪਣਾ ਟੈਂਸ ਹੁੰਦਾ ਹੈ, ਜੇਕਰ ਉਹ ਟੈਂਸ ਨੈਗੇਟਿਵ ਹੈ, ਨੋ ਵਰਡ ਆ ਰਿਹਾ ਹੈ, ਤਾਂ ਉਸ ਦਾ ਆਬਜੈਕਟ ਆਲਵੇਜ਼ 100 ਹੁੰਦਾ ਹੈਗਾ। ਠੀਕ ਹੈ, ਸੋ ਹੁਣ ਮੈਂ ਤੁਹਾਨੂੰ ਪਹਿਲਾ ਟੈਂਸ ਦੱਸਦਾ, all a r b, all a r b। ਠੀਕ ਹੈ, ਤਾਂ ਇਸ ਦੇ ਵਿੱਚ all ਕੀ ਆਪਣੇ ਕੋਲੇ 100 ਹੈਗਾ, all ਕੀ ਆਪਣੇ ਕੋਲੇ 100 ਹੈਗਾ। ਠੀਕ ਹੈ, ਤਾਂ ਇੱਕ ਗੱਲ ਹੋਰ ਯਾਦ ਰੱਖਣਾ, ਤੀਜਾ ਸਟੈਪ ਕੀ ਬਣਦਾ ਹੈਗਾ, ਜੇਕਰ ਆਪਣੇ ਕੋਲੇ ਟੈਂਸ ਪੋਜ਼ਿਟਿਵ ਹੈ, ਟੈਂਸ ਕੀ ਹੈਗਾ ਆਪਣੇ ਕੋਲੇ ਪੋਜ਼ਿਟਿਵ ਹੈ। ਠੀਕ ਹੈ, ਪਹਿਲਾ ਵਰਡ ਉਸ ਦਾ 100 ਹੈਗਾ, ਬਟ ਲਾਸਟ ਵਾਲਾ ਵਰਡ ਉਸ ਦਾ ਕੀ ਹੋਵੇਗਾ 50 ਹੋਵੇਗਾ, ਮੀਨਸ ਸਮ ਹੋਵੇਗਾ। ਗੱਲ ਕੀ ਮੈਂ ਤੁਹਾਨੂੰ ਦੱਸੀ ਹੈ ਵੀ ਤੀਜਾ ਸਟੈਪ ਇਹ ਹੈ, ਆਪਣੇ ਕੋਲੇ ਕੋਈ ਟੈਂਸ ਹੈ, ਟੈਂਸ ਪੋਜ਼ਿਟਿਵ ਹੈ। ਠੀਕ ਹੈ, ਆਲ ਲਿਖਿਆ ਹੋਇਆ ਹੈ। ਠੀਕ ਹੈ, ਪਹਿਲਾ ਜਿਹੜਾ ਸਬਜੈਕਟ ਹੈ ਉਹ ਆਲ ਹੈਗਾ, ਤਾਂ ਆਲ ਕੀ ਹੁੰਦਾ ਆਪਣੇ ਕੋਲੇ 100 ਹੁੰਦਾ ਹੈਗਾ, ਬਟ ਜਿਹੜਾ ਉਸ ਦਾ ਆਬਜੈਕਟ ਹੈ ਉਹ 50 ਹੁੰਦਾ ਹੈ, ਉਸ ਨੂੰ ਆਪਾਂ ਹਿਡਨ ਮੰਨਦੇ ਆ, ਉਹ ਸਮ ਹੁੰਦਾ ਹੈ, ਉਸ ਨੂੰ ਆਪਾਂ ਹਿਡਨ ਮੰਨਦੇ ਆ। ਪਹਿਲਾ ਕੀ ਵਾਕ ਹੈ ਆਪਣੇ ਕੋਲੇ ਆਲ ਏ ਆਰ ਬੀ। ਹੁਣ ਆਲ ਕੀ ਆਪਣੇ ਕੋਲੇ 100 ਹੈਗਾ, ਬਟ ਬੀ ਆਪਣੇ ਕੋਲੇ ਕੀ ਹੈ, ਇੱਥੇ ਸਮ ਹੈ। ਆਲ ਕੀ ਆਪਣੇ ਕੋਲੇ ਏ ਆਲ ਹੈ, ਸਮ ਕੀ ਆਪਣੇ ਕੋਲੇ ਬੀ ਹੈਗਾ, ਮਤਲਬ ਜਿਹੜਾ ਆਬਜੈਕਟ ਹੈਗਾ ਉਹ ਹਿਡਨ ਹੁੰਦਾ ਹੈ। ਪੋਜ਼ਿਟਿਵ ਟੈਂਸ 'ਚ ਆਬਜੈਕਟ ਦੇ ਵਿੱਚ ਜਿਹੜਾ ਹਿਡਨ ਹੁੰਦਾ ਹੈ ਉਹ ਸਮ ਹਿਡਨ ਹੁੰਦਾ ਹੈਗਾ। ਠੀਕ ਹੈ, ਜਿਹੜਾ ਆਪਣਾ ਪੋਜ਼ਿਟਿਵ ਟੈਂਸ ਹੁੰਦਾ ਹੈ ਉਸ ਦੇ ਵਿੱਚ ਜਿਹੜਾ ਆਬਜੈਕਟ ਹੁੰਦਾ ਹੈ ਉੱਥੇ ਸਮ ਹੁੰਦਾ ਹੈਗਾ, ਉਸ ਨੂੰ ਆਪਾਂ ਸਮ ਕਹਿਣਾ ਹੈ, ਬਸ। ਉਹ ਹਿਡਨ ਹੁੰਦਾ ਆਪਾਂ ਸਮ ਕਹਿਣਾ ਹੈ। ਗੱਲ ਸਮਝ ਆਈ? ਦੁਬਾਰਾ ਫਿਰ ਮੈਂ ਦੱਸਦਾ ਵੀ ਆਲ ਏ ਆਰ ਬੀ। ਦੇਖੋ ਇੱਥੇ ਲਿਖੋ ਆਲ ਏ ਆਰ ਬੀ। ਠੀਕ ਹੈ, ਇਹ ਆਪਣੇ ਕੋਲੇ ਕੀ ਹੈ ਆਲ ਏ ਹੈ, ਤਾਂ ਹੁਣ ਤੁਸੀਂ ਕਹੋਗੇ ਜੀ ਬੀ ਕਿੰਨਾ ਹੈ, ਬੀ ਆਲ ਹੈ ਕਿ ਸਮ ਹੈ। ਦੇਖੋ ਮੈਂ ਤੁਹਾਨੂੰ ਰੇਜ਼ ਕਰਕੇ ਦਿਖਾਉਣਾ ਹੈਗਾ। ਠੀਕ ਹੈ, ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਵੇਗਾ, ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਵੇਗਾ ਕਿ ਤੁਹਾਨੂੰ ਸਿੱਧਾ ਪਤਾ ਲੱਗ ਗਿਆ ਆਲ ਕੀ ਹੈਗਾ। ਠੀਕ ਹੈ, ਆਪਣੇ ਕੋਲੇ ਆਲ ਕੀ ਹੈ, ਦੇਖੋ ਆਪਾਂ ਨੂੰ ਪਤਾ ਲੱਗ ਗਿਆ ਏ ਕੀ ਆਪਣੇ ਕੋਲੇ ਆਲ ਹੈ। ਹੁਣ ਤੁਸੀਂ ਕਹੋਗੇ ਬੀ ਕੀ ਹੈ, ਤਾਂ ਬੀ ਸਮ ਹੈ। ਇਹ ਹਿਡਨ ਹੁੰਦਾ ਜੀ ਪੋਜ਼ਿਟਿਵ ਟੈਂਸ 'ਚ, ਇਸ ਨੂੰ ਆਪਾਂ ਸਮ ਮੰਨਣਾ। ਇੱਥੇ ਹੀ ਗੱਲ ਤੁਸੀਂ ਯਾਦ ਰੱਖਣਾ, ਮੀਨਸ ਆ ਆਪਣੇ ਕੋਲੇ 100 ਹੈ, ਆ ਆਪਣੇ ਕੋਲੇ 50 ਹੈ। ਕਿਵੇਂ ਲਿਖਤਾ, ਕਿਉਂਕਿ ਆਲ 100 ਹੁੰਦਾ ਹੈ, ਬੀ ਸਮ ਹੈਗਾ ਤਾਂ 50 ਹੁੰਦਾ ਹੈ। ਗੱਲ ਸਮਝ ਆਈ? ਹੁਣ ਨੈਕਸਟ ਟੈਂਸ ਤੇ ਆ ਜਾਓ, ਆਪਣੇ ਕੋਲ ਲਿਖਿਆ ਨੋ ਏ ਇਜ ਬੀ, ਨੋ ਏ ਇਜ ਬੀ। ਠੀਕ ਹੈ, ਤਾਂ ਨੋ ਆਪਣੇ ਕੋਲੇ ਕੀ ਹੁੰਦਾ 100 ਹੁੰਦਾ ਹੈ, ਬੀ ਆਪਣੇ ਕੋਲੇ ਕੀ ਹੈ ਇੱਥੇ। ਹੁਣ ਤੁਸੀਂ ਇੱਥੇ ਵੀ ਡਾਟ ਪੈਦਾ ਕਰੋਗੇ ਵੀ ਜੀ ਨੋ ਨੂੰ ਤਾਂ ਤੁਸੀਂ ਲਿਖਤਾ 100, ਵੀ ਬੀ ਨੂੰ ਕੀ ਲਿਖੀਏ, ਤਾਂ ਬੀ ਨੂੰ ਮੈਂ ਤੁਹਾਨੂੰ ਦੱਸਿਆ ਹੈ ਜਿਹੜਾ ਟੈਂਸ ਨੈਗੇਟਿਵ ਹੁੰਦਾ ਹੈ, ਜਿਹੜਾ ਟੈਂਸ ਨੈਗੇਟਿਵ ਹੁੰਦਾ ਹੈ ਉਸ ਦਾ ਆਬਜੈਕਟ ਹਮੇਸ਼ਾ ਆਲ ਹੁੰਦਾ ਹੈ, 100 ਹੁੰਦਾ ਹੈ। ਤਾਂ ਇਹ ਆਪਣੇ ਕੋਲੇ ਕੀ ਹੈ ਜੀ 100 ਹੈ, ਕਿਉਂਕਿ ਨੈਗੇਟਿਵ ਟੈਂਸ ਦਾ ਆਬਜੈਕਟ ਵੀ 100 ਹੁੰਦਾ ਹੈ। ਆ ਜਾਓ ਜੀ ਨੈਕਸਟ ਟੈਂਸ ਤੇ, ਆਪਣੇ ਕੋਲੇ ਕੀ ਸਮ ਏ ਆਰ ਬੀ। ਕੀ ਲਿਖਿਆ ਜੀ ਆਪਣੇ ਕੋਲੇ ਸਮ ਏ ਆਰ ਬੀ, ਤਾਂ ਸਮ ਕੀ ਹੁੰਦਾ ਹੈ 50 ਹੁੰਦਾ ਹੈ। ਠੀਕ ਹੈ, ਤੁਹਾਨੂੰ ਮੈਂ ਦੱਸਿਆ ਸੀਗਾ ਪੋਜ਼ਿਟਿਵ ਟੈਂਸ ਹੋਵੇ ਉਸ ਦਾ ਆਬਜੈਕਟ ਕੀ ਹੁੰਦਾ ਹੈ ਹਮੇਸ਼ਾ ਸਮ ਹੁੰਦਾ, ਮੀਨਸ 50। ਇੰਨੀ ਗੱਲ ਪਤਾ ਲੱਗ ਗਈ? ਕੋਈ ਵੀ ਡਾਊਟ ਹੋਇਆ ਕਮੈਂਟ ਕਰੋ। ਨੈਕਸਟ ਹੈ ਜੀ ਫੋਰਥ ਆਪਣੇ ਕੋਲੇ ਟੈਂਸ ਸਮ ਏ ਆਰ ਨੋਟ ਬੀ, ਸਮ ਏ ਆਰ ਨੋਟ ਬੀ। ਤਾਂ ਸਮ ਕੀ ਆਪਣੇ ਕੋਲੇ 50 ਹੁੰਦਾ, ਮੈਂ ਤੁਹਾਨੂੰ ਦੱਸਿਆ, ਬਟ ਇੱਥੇ ਨੋਟ ਲੱਗਿਆ। ਠੀਕ ਹੈ, ਤਾਂ ਮੈਂ ਤੁਹਾਨੂੰ ਦੱਸਿਆ ਜਿਹੜਾ ਟੈਂਸ ਨੋਟ ਹੋਵੇ, ਨੋਟ ਲੱਗਿਆ ਹੋਵੇ, ਉਹ ਕੀ ਹੁੰਦਾ 100 ਹੁੰਦਾ ਹੈ। ਠੀਕ ਹੈ, ਜੇਕਰ ਇਹ ਨੋਟ ਪਹਿਲਾਂ ਲੱਗਿਆ ਹੁੰਦਾ, ਠੀਕ ਹੈ, ਤਾਂ ਆਪਣੇ ਕੋਲੇ ਜੇ ਮੈਂ ਤੁਹਾਨੂੰ ਦੱਸਦਾ ਵੀ ਜੇਕਰ ਲਿਖਿਆ ਹੁੰਦਾ ਆ ਲਿਖਿਆ ਹੋਇਆ ਜਿਸ ਤਰ੍ਹਾਂ ਇਹਦੇ ਨਾਲ ਮਿਲਾਓ ਨੋ ਏ ਆਰ ਨੋ ਏਜ ਵੀ, ਤਾਂ ਆਪਣੇ ਕੋਲੇ 900 ਹੈ ਤਾਂ ਇਹ ਦੋਨੋਂ 100 ਹੋਣਗੇ, ਆਬਜੈਕਟ 100 ਹੁੰਦਾ ਹੈ। ਠੀਕ ਹੈ, ਬਟ ਜੇਕਰ ਪਹਿਲਾ ਪੋਜ਼ਿਟਿਵ ਹੋਵੇ, ਇਹ ਪੋਜ਼ਿਟਿਵ ਹੈ ਨਾ, ਸਮ ਪਹਿਲੇ ਲਿਖਿਆ ਪਿਆ ਤੇ 50 ਲਿਖਾਂਗੇ, ਇਸ ਨੂੰ ਆਪਾਂ 100 ਲਿਖਾਂਗੇ। ਤੁਸੀਂ ਕਨਫਿਊਜ਼ ਬਿਲਕੁਲ ਨਾ ਹੋਣਾ, ਕਿਉਂਕਿ ਹਜੇ ਚੈਪਟਰ ਨੇ ਬਹੁਤ ਲੰਮਾ ਜਾਣਾ ਹੈ। ਠੀਕ ਹੈ, ਤਾਂ ਉੱਥੋਂ ਜਦੋਂ ਆਪਾਂ ਨੈਕਸਟ ਜਾਂਦੇ ਜਾਵਾਂਗੇ, ਠੀਕ ਹੈ, ਗੱਲਾਂ ਦੁਬਾਰੇ ਦੁਬਾਰੇ ਦੱਸਦੇ ਜਾਵਾਂਗੇ, ਗੱਲਾਂ ਪੱਲੇ ਵੀ ਤੁਹਾਡੇ ਪੈਂਦੀਆਂ ਜਾਣਗੀਆਂ। ਠੀਕ ਹੈ, ਬਿਲਕੁਲ ਦੇਖੋ ਜੀ ਮੈਂ ਆਪਦੇ ਵੱਲੋਂ 100% ਦੇਵਾਂਗਾ। ਠੀਕ ਹੈ, ਤੁਸੀਂ ਵੀ 100% ਦੇਣਾ, ਦੋਨਾਂ ਦਾ 100% ਕੰਮ ਕਰੂਗਾ ਤੇ ਤੁਸੀਂ ਸਿੱਖ ਜਾਓਗੇ। ਠੀਕ ਹੈ, ਚਲੋ ਆਪਾਂ ਹੁਣ ਨੈਕਸਟ ਜਿਹੜੀ ਸਲਾਈਡ ਤੇ ਚੱਲਦੇ ਹਾਂ। ਹੁਣ ਇਸ ਦੇ ਵਿੱਚ ਰੂਲ ਨੇ, ਮੈਂ ਤਾਂ ਵੈਸੇ ਸਾਰੇ ਤੁਹਾਨੂੰ ਦੱਸ ਦਿੱਤੇ, ਬਟ ਇੱਕ ਵਾਰੀ ਫਿਰ ਰਿਵੀਜ਼ਨ ਕਰ ਲੈਂਦੇ ਹਾਂ। ਠੀਕ ਹੈ, ਇਫ ਸਟੇਟਮੈਂਟ ਇਜ਼ ਪੋਜ਼ਿਟਿਵ
ਦੈਨ ਕਨਕਲੂਜਨ ਮਸਟ ਵੀ ਪੋਜ਼ਿਟਿਵ। ਦੇਖੋ ਤੁਹਾਡੇ ਕੋਲ ਇੱਕ ਵਾਕ ਹੈ, ਇੱਕ ਸਟੇਟਮੈਂਟ ਦਿੱਤੀ, ਪੇਪਰ ਦੇ ਵਿੱਚ ਸਟੇਟਮੈਂਟ ਹੀ ਆਉਣਗੀਆਂ, ਕਨਕਲੂਜਨ ਆਉਣਗੇ, ਫਿਰ ਆਪਾਂ ਆਨਸਰ ਦੇਣਾ ਹੋਊਗਾ। ਸਟੇਟਮੈਂਟ ਕੀ ਦਿੱਤੀ, ਆਲ ਕੈਟ ਆਰ ਡੌਗ। ਮੈਂ ਤੁਹਾਨੂੰ ਸਟੇਟਮੈਂਟ ਦੇਤੀ ਆਲ ਕੈਟ ਆਰ ਡੌਗ, ਠੀਕ ਹੈ। ਇਹਨਾਂ ਨੇ ਗੱਲ ਕੀ ਲਿਖੀ ਹੈ, ਇਫ ਸਟੇਟਮੈਂਟ ਇਜ਼ ਪੋਜ਼ਿਟਿਵ ਦੈਨ ਕਨਕਲੂਜਨ ਮਸਟ ਵੀ ਪੋਜ਼ਿਟਿਵ। ਜੇਕਰ ਤੁਹਾਡਾ ਜਿਹੜਾ ਸਟੇਟਮੈਂਟ ਪੋਜ਼ਿਟਿਵ ਹੈ, ਜੇਕਰ ਤੁਹਾਡੀ ਸਟੇਟਮੈਂਟ ਪੋਜ਼ਿਟਿਵ ਹੈ ਤਾਂ ਤੁਹਾਡਾ ਜਿਹੜਾ ਉਸਦਾ ਉਹ ਕਨਕਲੂਜਨ ਕੱਢਣਗੇ। ਜੇਕਰ ਕਨਕਲੂਜਨ ਤੁਹਾਡਾ ਉਹ ਪੋਜ਼ਿਟਿਵ ਦੇ ਰਹੀ ਹੈ ਤਾਂ ਠੀਕ ਹੋਵੇਗਾ, ਆਪਾਂ ਨੂੰ ਚੈੱਕ ਕਰਨਾ ਪਵੇਗਾ। ਬਟ ਜੇ ਉਹਨਾਂ ਨੇ ਕਹਿਤਾ ਆਲ ਕੈਟ ਆਰ ਨੋਟ ਡੌਗ, ਆਲ ਕੈਟ ਆਰ ਨੋਟ ਡੌਗ, ਮਤਲਬ ਜੇ ਕਨਕਲੂਜਨ ਨੈਗੇਟਿਵ ਹੈ ਤਾਂ ਕਾਟ ਹੀ ਮਾਰ ਦਿਓ ਭਾਈ, ਕਿਉਂਕਿ ਜੇ ਕਨਕਲੂਜਨ, ਜੇਕਰ ਤੁਹਾਡੀ ਸਟੇਟਮੈਂਟ ਪੋਜ਼ਿਟਿਵ ਹੈ ਤਾਂ ਉਸਦਾ ਜਿਹੜਾ ਕਨਕਲੂਜਨ ਹੈ ਉਹ ਵੀ ਪੋਜ਼ਿਟਿਵ ਹੋਵੇਗਾ। ਜੇਕਰ ਤੁਹਾਡੀ ਸਟੇਟਮੈਂਟ ਪੋਜ਼ਿਟਿਵ ਹੈ ਤਾਂ ਉਸਦਾ ਕਨਕਲੂਜਨ ਵੀ ਪੋਜ਼ਿਟਿਵ ਹੋਵੇਗਾ। ਗੱਲ ਯਾਦ ਰੱਖਣਾ, ਸਟੇਟਮੈਂਟ ਪੋਜ਼ਿਟਿਵ, ਕਨਕਲੂਜਨ ਪੋਜ਼ਿਟਿਵ, ਠੀਕ ਹੈ। ਜੇਕਰ ਇਫ ਸਟੇਟਮੈਂਟ ਇਜ਼ ਨੈਗੇਟਿਵ ਐਂਡ ਕਨਕਲੂਜਨ ਮਸਟ ਵੀ ਨੈਗੇਟਿਵ, ਜੇਕਰ ਤੁਹਾਡੀ ਸਟੇਟਮੈਂਟ ਨੈਗੇਟਿਵ ਹੈ ਤਾਂ ਕਨਕਲੂਜਨ ਕੀ ਹੋਵੇਗਾ, ਇਹ ਵੀ ਨੈਗੇਟਿਵ ਹੋਵੇਗਾ। ਗੱਲ ਸਮਝ ਆਈ, ਗੱਲ ਇੰਪਲੀਮੈਂਟ ਹੋਊ, ਉੱਥੇ ਜਾ ਕੇ ਪਤਾ ਲੱਗੂ। ਕੇਰਾਂ ਗੱਲ ਇੰਨੀ ਯਾਦ ਰੱਖ ਲਓ ਵੀ ਭਾਈ ਜਿਹੜਾ ਸਟੇਟਮੈਂਟ ਪੋਜ਼ਿਟਿਵ ਹੈ ਤਾਂ ਕਨਕਲੂਜਨ ਵੀ ਪੋਜ਼ਿਟਿਵ, ਸਟੇਟਮੈਂਟ ਨੈਗੇਟਿਵ ਹੈ ਤਾਂ ਕਨਕਲੂਜਨ ਵੀ ਨੈਗੇਟਿਵ। ਸਮ ਨੂੰ ਕੀ ਲਿਖ ਸਕਦੇ ਆ, ਸਮ ਨੂੰ ਆਲ ਨਹੀਂ ਲਿਖ ਸਕਦੇ, ਆਲ ਨੂੰ ਸਮ ਲਿਖ ਸਕਦੇ ਆ, ਇਹ ਗੱਲ ਯਾਦ ਰੱਖੋ, ਠੀਕ ਹੈ। 100 ਨੂੰ 50 ਲਿਖ ਸਕਦੇ ਆ, 50 ਨੂੰ 100 ਨਹੀਂ ਲਿਖ ਸਕਦੇ, ਠੀਕ ਹੈ। 100 ਕੀ ਹੁੰਦਾ ਆਪਣਾ ਆਲ ਹੁੰਦਾ, 50 ਕੀ ਹੁੰਦਾ ਆਪਣਾ ਸਮ ਹੁੰਦਾ, ਠੀਕ ਹੈ। ਤਾਂ ਆਜੋ ਸੈਕੰਡ ਰੂਲ ਤੇ, ਆ ਦੇਖੋ ਜੀ, ਆਲ ਕੈਨ ਬੀ ਰਿਟਨ ਐਜ਼ ਸਮ ਬਟ ਸਮ ਕੈਨ ਨੋਟ ਬੀ ਰਿਟਨ ਆਲ, ਠੀਕ ਹੈ। ਇਹਨਾਂ ਨੇ ਕੀ ਕਿਹਾ, ਆਪਾਂ ਆਲ ਨੂੰ ਸਮ ਲਿਖ ਸਕਦੇ ਹਾਂ, ਕਿਉਂਕਿ ਦੇਖੋ ਜੀ ਹੁਣ ਤੁਸੀਂ ਕਹੋਗੇ ਕੀ ਹੋ ਰਿਹਾ ਹੈ ਵੀ ਆਲ ਨੂੰ ਸਮ, ਸਮ ਨੂੰ ਆਲ, ਇਹ ਕੀ ਹੋ ਰਿਹਾ। ਮੈਂ ਤੁਹਾਨੂੰ ਦੱਸਦਾ ਵੀ ਜੇਕਰ ਤੁਹਾਨੂੰ ਟੈਂਸ ਆ ਜਾਵੇ, ਦੇਖੋ ਮੈਂ ਇੰਪਲੀਮੈਂਟ ਕਰਕੇ ਦਿਖਾਉਣਾ। ਸਟੇਟਮੈਂਟ ਹੈ ਤੁਹਾਡੇ ਕੋਲੇ, ਠੀਕ ਹੈ। ਸਟੇਟਮੈਂਟ ਕੀ ਹੈ, ਸਟੇਟਮੈਂਟ ਹੈ ਜੀ ਆਲ ਡੌਗ ਆਰ कैट, ऑल डॉग आर कैट, ठीक है। कंक्लूजन की देता, सम डॉग आर कैट, अपन की देता है ऑल डॉग आर कैट। कंक्लूजन की देता सम डॉग आर कैट, तो आप ऑल नू सम लिख सकते हैं, ये अपना बिल्कुल राइट है। इंप्लीमेंट मैं अगे बहुत टेंस लवांगा, बहुत प्रैक्टिस करावांगा, लगभग तुहानूं मैं 100 सम की प्रैक्टिस करा देंगा कि तुहाडे जिहड़े खुड्डे विच ये गल वड़ जूगी। एक गल होर याद रखना, पंजाब के किसी मर्जी पेपर च बह जाओ, जे तुहाडी रीजनिंग आवेगी 1 तो 2 नंबर का ये चैप्टर सिलोजिज्म चैप्टर आउंदा ही आउंदा है, ठीक है। क्योंकि यार तुहाडा पेशेंट है, ठीक है। जेकर तुसीं पेशेंस रखोगे तो चैप्टर भी सीखते जाओगे, ठीक है। थोड़ा जिहा तुसीं भी दिमाग लाउणा, मैं भी तुहाडे वल्लों अपने वल्लों एफर्ट करांगा भी तुहानूं समझ आवे, ठीक है। गल्लां सारियां याद हो गईयां। टेंस, जेकर स्टेटमेंट पॉजिटिव है कनक्लूजन पॉजिटिव, स्टेटमेंट नैगेटिव है तो कनक्लूजन भी नैगेटिव, ठीक है। रूल सैकंड की कहता है, आप ऑल कैन रिटन भी सम कैन नॉट भी रिटन एज ऑल, ठीक है। तो ये गल्लां सारियां याद रखना। चलो नैक्सट स्लाइड ते चलते हैं। हुण देखो मैं तुहानूं बिल्कुल एक तुहाडा बेस बनाउण दी आपदे वल्लों मैं कोशिश कीती है। आई होप तुहानूं गल्लां सारियां पिछलियां याद होणगीਆਂ। जेकर वो गल्लां याद नहीं तो इत्थे भी तुहानूं सारी गल समझ आउंदी जावेगी। एक बारी वीडियो फिर बैक लै जाओ, ठीक है। बट गल्लां सारियां तुहानूं पता होनी चाहिए ने। हुण आपां नूं स्टेटमेंट की दित्ती है, ऑल मैंगोज आर एप्पल। हुण पहला काम, पहला स्टैप तुहानूं की पता होना चाहिए भी ऑल की हुंदा हैगा, 100 हुंदा। मैं सारा कुछ तुहानूं मैं दस दित्ता पिछे, ठीक है। तो हुण तुहाडे मन च आवेगा भी ये एप्पल सम है कि ऑल है। मैं तुहानूं दस्सिआ सेंटेंस पॉजिटिव होवे तां उसदा जिहड़ा ऑब्जेक्ट हुंदा है ओह सम हुंदा है। सम मीनज 50 हिडन हुंदा है, ठीक है। इन्नी गल मैं तुहानूं पिछे दसी है। आई होप तुहानूं समझ आ गया होगा। हुण नैक्सट चलते हैं जी आपां कनक्लूजन ते, ठीक है। हुण आपां नूं पेपर 'च स्टेटमेंट आवेगी, उसका कनक्लूजन दिता होगा, आपां फाइंड करना है भी कनक्लूजन राइट है या रॉन्ग है, ठीक है। हुण आपां देखदे हां, अपने कोले पहला दिता है कनक्लूजन सम एप्पल आर मैंगो। की कनक्लूजन दिता है सम एप्पल आर मैंगो। हुण आपां की देखना है भी अपने कोले सम है, ठीक है, मतलब ये की है 50 है, ठीक है। मैंगो है, ये की है 50 है, क्योंकि मैं तुहानूं दस्सिआ पॉजिटिव टेंस होवे
देखो लिख ही दिना पॉजिटिव पॉजिटिव टेंस होवे ਤਾਂ ਗੱਲਾਂ ਲਿਖੀ ਚੱਲੋ ਤਾਂ ਉਸ ਦਾ ਆਬਜੈਕਟ 50 ਹੁੰਦਾ ਹੈ ਮੀਨਜ਼ ਸਮ ਹੁੰਦਾ ਹੈ ਹਿਡਨ ਹੁੰਦਾ ਹੈ ਠੀਕ ਹੈ ਇਹ ਯਾਦ ਰੱਖਣਾ ਤਾਂ ਆਪਣੇ ਕੋਲ ਕੀ ਹੈ ਸਮ ਐਪਲ ਆਰ ਮੈਂਗੋ ਸਮ ਕੀ ਹੈ 50 ਹੈ ਮੈਂਗੋ ਕੀ ਹੈ 50 ਹੈ ਕਿਉਂਕਿ ਆਬਜੈਕਟ ਹੈ ਜਿਹੜਾ ਉਹ ਸਮ ਹੁੰਦਾ ਹੈ ਪੋਜ਼ਿਟਿਵ ਟੈਂਸ ਦਾ ਤਾਂ ਆਪਣੇ ਕੋਲ ਇੱਥੇ ਔਲ ਕੀ ਹੈ ਹੁਣ ਆਪਾਂ ਇਹ ਐਂ ਦੇਖਣਾ ਗਲਤ ਹੈ ਜਾਂ ਸਹੀ ਹੈ ਇਹ ਬਿਲਕੁਲ ਸਹੀ ਹੈ ਹੁਣ ਤੁਸੀਂ ਕਹੋਗੇ ਸਹੀ ਕਿਵੇਂ ਕੱਢਿਆ ਤੂੰ ਤਾਂ ਜਦੋਂ ਆਪਣੇ ਕੋਲ ਐਪਲ 50 ਹੈ ਇੱਥੇ ਵੀ 50 ਹੈ ਬਿਲਕੁਲ ਠੀਕ ਹੈ ਮੈਂਗੋ ਆਪਣੇ ਕੋਲ ਇੱਥੇ ਕਿੰਨਾ ਹੈ 50 ਹੈ ਤਾਂ ਇੱਥੇ ਮੈਂਗੋ 100 ਹੈ ਮੈਂ ਤੁਹਾਨੂੰ ਦੱਸਿਆ ਵੀ 100 ਨੂੰ 50 ਲਿਖ ਸਕਦੇ ਹਾਂ 50 ਨੂੰ 100 ਲਿਖ ਨਹੀਂ ਸਕਦੇ ਮੀਨਜ਼ ਔਲ ਨੂੰ ਸਮ ਲਿਖ ਸਕਦੇ ਹਾਂ ਸਮ ਨੂੰ ਔਲ ਨਹੀਂ ਲਿਖ ਸਕਦੇ ਤਾਂ ਆਪਣੇ ਕੋਲ ਔਲ ਹੈਗਾ ਔਲ ਮੈਂਗੋ ਹੈ ਔਲ ਮੈਂਗੋ ਨੂੰ ਸਮ ਮੈਂਗੋ ਲਿਖ ਸਕਦੇ ਹਾਂ ਤਾਂ ਇਹ ਆਪਣਾ ਬਿਲਕੁਲ ਰਾਈਟ ਹੈ ਆਈ ਹੋਪ ਤੁਹਾਨੂੰ ਇਹ ਕਨਕਲੂਜਨ ਪਤਾ ਲੱਗ ਗਿਆ ਹੋਵੇਗਾ ਜ਼ੋਰ ਲਾਓ ਇਹ ਕਨਕਲੂਜਨ ਦੇਖੋ ਵੀ ਹਾਂ ਤੁਹਾਨੂੰ ਵੀ ਸਮਝ ਆ ਗਿਆ ਹੁਣ ਆਪਣੇ ਕੋਲ ਨੈਕਸਟ ਹੈ ਜੀ ਔਲ ਐਪਲ ਆਰ ਮੈਂਗੋ ऑल एप्पल आर मैंगो अपन की दिता होया है हुण तुसीं दसना भी गलत है या ठीक है वीडियो पॉज करो दसो बहुत सौखा दसना भी गलत है या ठीक है ऑल एप्पल आर मैंगो क्योंकि तुहानूं एप्पल की दिता मैं अरेंज कर दिना आ अपने कोले एप्पल हैगा आ की है अपने कोले एप्पल हैगा ठीक है हुण तुसीं देखो मैं अरेंज भी करता बिल्कुल साफ करता तो अपने कोले एप्पल की है इत्थे एप्पल अपने कोले की है 50 है बारी बारी दसता मैं ਤੁਹਾਨੂੰ ਭਾਈ ਇਹ 50 है किवें आया ਉਹ ਵੀ ਦੱਸਤਾ ਤਾਂ ਹੁਣ ਆਪਣੇ ਕੋਲੇ ਐਪਲ 50 ਹੈ ਇੱਥੇ ਐਪਲ 100 ਲਿਖਿਆ ਪਿਆ ਜਾਂ ਐਪਲ ਆਪਣੇ ਕੋਲੇ ਇੱਥੇ ਕੀ ਹੈ ਸਮ ਹੈ ਦੋਨੇ ਤਰੀਕਿਆਂ ਨਾਲ ਦੇਖ ਲਓ ਇੱਥੇ ਐਪਲ ਕੀ ਲਿਖਿਆ ਪਿਆ ਆਲ ਲਿਖਿਆ ਪਿਆ ਤਾਂ ਮੈਂ ਤੁਹਾਨੂੰ ਦੱਸਿਆ ਵੀ ਆਲ ਨੂੰ ਸਮ ਤਾਂ ਲਿਖ ਸਕਦੇ ਹਾਂ ਸਮ ਨੂੰ ਆਲ ਲਿਖ ਨਹੀਂ ਸਕਦੇ ਐਪਲ ਆਪਣੇ ਕੋਲੇ ਸਮ ਹੈ ਇੱਥੇ ਆਪਣੇ ਕੋਲੇ ਆਲ ਲਿਖਿਆ ਪਿਆ ਤਾਂ ਬਿਲਕੁਲ ਗਲਤ ਹੈ ਬਿਲकुल अपना टेंस ये गलत है ठीक है पता चल गया होगा आई होप ਤੁਹਾਨੂੰ ठीक है जी ਹੁਣ ਆਪਾਂ ਨੈਕਸਟ ਦੇਖਦੇ ਹਾਂ ਥਰਡ ਟੈਂਸ ਸਮ ਮੈਂਗੋ ਆਰ ਐਪਲ ਸਮ ਮੈਂਗੋ ਆਰ ਐਪਲ ਠੀਕ ਹੈ ਐਪਲ ਇੱਥੇ ਕੀ ਹੈ ਆਪਣੇ ਕੋਲੇ ਐਪਲ ਆਪਣੇ ਕੋਲੇ ਸਮ ਹੈ ਤੁਹਾਨੂੰ ਮੈਂ ਦੱਸਿਆ ਪੋਜ਼ਿਟਿਵ ਟੈਂਸ ਦਾ ਆਬਜੈਕਟ ਹੈ ਜਿਹੜਾ ਉਹ ਸਮ ਹੁੰਦਾ ਹੈ ਤਾਂ ਇੱਥੇ ਮੈਂਗੋ ਆਪਣੇ ਕੋਲੇ ਕੀ ਹੈ ਮੈਂਗੋ ਆਪਣੇ ਕੋਲੇ ਇੱਥੇ ਕੀ ਹੈ ਮੈਂਗੋ ਆਪਣੇ ਕੋਲੇ ਇੱਥੇ ਸਮ ਹੈ ਠੀਕ ਹੈ ਤਾਂ ਆਪਣੇ ਕੋਲੇ ਮੈਂਗੋ ਇੱਥੇ ਵੀ ਸਮ ਹੈ ਇੱਥੇ ਐਪਲ ਵੀ ਸਮ ਹੈ ਤਾਂ ਇਹ ਬਿਲਕੁਲ ਰਾਈਟ ਹੈਗਾ ਥਰਡ ਟੈਂਸ ਠੀਕ ਹੈ ਕਿਉਂਕਿ ਇੱਥੇ ਮੈਂਗੋ ਆਪਣੇ ਕੋਲੇ ਆਲ ਹੈਗਾ ਬਟ ਆਲ ਨੂੰ ਆਪਾਂ ਸਮ ਲਿਖ ਸਕਦੇ ਹਾਂ ਠੀਕ ਹੈ ਥਰਡ ਆਪਸ਼ਨ ਜਿਹੜੀ ਆਪਣੀ ਰਾਈਟ ਹੋਗੀ ਨੈਕਸਟ ਹੈ ਆਪਣੇ ਕੋਲੇ ਫੋਰਥ ਆਪਸ਼ਨ ਫੋਰਥ ਜਿਹੜਾ ਆਪਣਾ ਟੈਂਸ ਹੈਗਾ ਸਮ ਮੈਂਗੋ ਆਰ ਨੋਟ ਐਪਲ ਬਿਲਕੁਲ ਗਲਤ ਹੈ ਮੈਂ ਤੁਹਾਨੂੰ ਪਿਛਲੀ ਸਲਾਈਡ ਤੇ ਲੈ ਕੇ ਚੱਲਦਾ ਮੈਂ ਤੁਹਾਨੂੰ ਦੱਸਿਆਗਾ if statement is positive then conclusion must be positive if statement is negative then conclusion must be negative ਤੁਹਾਨੂੰ ਇਹ ਗੱਲ ਦੱਸੀ ਹੈ ਦੇਖੋ ਹੁਣ ਆਪਣੇ ਕੋਲੇ ਸਟੇਟਮੈਂਟ ਕੀ ਹੈ स्टेटमेंट की है पॉजिटिव है ठीक है कंक्लूजन की आ गया कंक्लूजन आ गया नेगेटिव तो गलत है काटी मार दो कितना सौखा नो मैंगो इज एप्पल तो इत्थे अपने को स्टेटमेंट पॉजिटिव है कंक्लूजन नेगेटिव है तो काटी मार दो आई होप तुहानू ये गल्लां इंप्लीमेंट भी करके दिखातियां तुहाडा बेस बनाउण दी भी कोशिश कीती आई होप तुहानू सारा कुछ समझ आ रहा होगा जे समझ आ रहा एक लाइक चैनल नू सबसक्राइब शेयर जरूर कर दो सो नैक्सट चलते हैं आपां जी ਹੁਣ ਆਪਾਂ ਨੂੰ ਇੱਕ ਸਟੇਟਮੈਂਟ ਹੋਰ ਦਿੱਤੀ ਹੈ ਦੇਖੋ ਜੀ ਮੈਂ ਤੁਹਾਨੂੰ ਜਿਵੇਂ ਆਪਣੇ ਕੋਲੇ ਪੇਪਰ 'ਚ ਦੋ ਟੈਂਸ ਆਉਂਦੇ ਆ ਕਨਕਲੂਜਨ ਆਉਂਦੇ ਆ ਉਹ ਗੱਲਾਂ ਤੇ ਹੌਲੀ ਹੌਲੀ ਲੈ ਕੇ ਜਾਵਾਂਗਾ ਤੁਹਾਡਾ ਬੇਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਾਈ ਲੈਵਲ ਤੱਕ ਬਿਲਕੁਲ ਆਪਾਂ 0 ਤੋਂ ਚੱਲਾਂਗੇ ਐਂਡ ਹਾਈ ਲੈਵਲ ਤੱਕ ਇਹ ਚੈਪਟਰ ਕਰਾਂਗੇ ਬਟ ਹਾਈ ਲੈਵਲ ਦਾ ਹੀ ਫਿਰ ਹੀ ਫਾਇਦਾ ਹੈ ਜੇਕਰ ਤੁਸੀਂ ਕਮੈਂਟ ਕਰੋਗੇ ਹਾਂਜੀ ਸਮਝ ਆਇਆ ਫਿਰ ਹੀ ਕਰਾਊਂਗਾ ਮੈਂ ਕਿਉਂਕਿ ਜੇ ਤੁਹਾਨੂੰ ਸਮਝਣਾ ਆਇਆ ਮੇਰਾ ਵੀ ਦੇਖੋ ਦਿਮਾਗ ਜਾਂ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਟਾਈਮ ਵੇਸਟ ਕਰਨ ਦਾ ਜੇਕਰ ਮੈਂ ਤੁਹਾਨੂੰ ਸਮਝਾ ਸਕਦਾ ਸਮਝਾ ਰਿਹਾ ਤਾਂ ਤੁਸੀਂ ਵੀ ਜ਼ਰੂਰ ਦੱਸਣਾ ਵੀ ਹਾਂਜੀ ਸਮਝ ਆ ਰਿਹਾ ਹੈ ਠੀਕ ਹੈ ਤਾਂ ਹੁਣ ਆਪਾਂ ਸਟੇਟਮੈਂਟ ਦਿੱਤੀ ਹੈ ਤੁਸੀਂ ਇਹਨੂੰ ਡਾਇਗਰਾਮ ਨਾ ਬਣਾਈ ਜਾਣਾ ਕਦੇ ਮੈਂ ਤੁਹਾਨੂੰ ਕਰਾ ਰਿਹਾ ਤੁਸੀਂ ਡਾਇਗਰਾਮ ਬਣਾ ਰਹੇ ਹੋ ਤੁਸੀਂ ਵੀ ਜਿਵੇਂ ਮੈਂ ਕੱਢ ਰਿਹਾ ਉਵੇਂ ਕੱਢੋ ਵੀਡੀਓ ਪੌਜ਼ ਕਰ ਠੀਕ ਹੈ ਤਾਂ ਸਟੇਟਮੈਂਟ ਕੀ ਹੈ ਸਮ ਡੌਗਸ ਆਰ ਕੈਟ ਫਸਟ ਸਟੈਪ ਕੀ ਹੈਗਾ ਆਪਣੇ ਕੋਲੇ ਇਹ ਵੀ ਸਮ ਹੈ ਸਮ ਡੌਗਸ ਸਮ ਹੀ ਹੋ ਗਿਆ ਇਹ ਤਾਂ ਆਪਾਂ ਨੂੰ ਦਿੱਤੀ ਪਈ ਵੀ ਡੌਗ ਸਮ ਹੈ ਤਾਂ ਕੈਟ ਕੀ ਹੈ ਤੁਹਾਨੂੰ ਮੈਂ ਦੱਸਿਆ ਹੈ ਪੋਜ਼ਿਟਿਵ ਟੈਂਸ ਦਾ ਆਬਜੈਕਟ ਸਮ ਹੁੰਦਾ ਹੈ ਠੀਕ ਹੈ ਇਹ ਵੀ ਕੈਟ ਵੀ ਆਪਣੇ ਕੋਲੇ ਸਮ ਹੈ ਤਾਂ ਆਪਣੇ ਕੋਲੇ ਸਮ ਕੈਟਸ ਆ ਡੌਗ ਇਸ ਦੇ ਵਿੱਚ ਕੈਟ ਵੀ ਸਮ ਹੈ ਡੌਗ ਵੀ ਸਮ ਹੈ ਉੱਪਰ ਵੀ ਦੋਨੋਂ ਸਮ ਹੈ ਸਟੇਟਮੈਂਟ 'ਚ ਤਾਂ ਇਹ ਬਿਲਕੁਲ ਰਾਈਟ ਹੈ ਕਿਉਂਕਿ ਸਮ ਨੂੰ ਸਮ ਤਾਂ ਲਿਖ ਸਕਦੇ ਹਾਂ ਸਮ ਨੂੰ ਸਮ ਤਾਂ ਆਪਾਂ ਲਿਖ ਸਕਦੇ ਹਾਂ ਬਟ ਸਮ ਨੂੰ ਆਲ ਨਹੀਂ ਲਿਖ ਸਕਦੇ ਠੀਕ ਹੈ ਤਾਂ ਪਹਿਲਾ ਆਪਣਾ ਜਿਹੜਾ ਟੈਂਸ ਬਿਲਕੁਲ ਸਹੀ ਹੋ ਗਿਆ
ਨੈਕਸਟ ਹੈ ਜੀ ਆਪਣੇ ਕੋਲੇ ਆਲ ਕੈਟ ਆਰ ਡੌਗ, ਬਿਲਕੁਲ ਗਲਤ ਹੈ। ਦੱਸੋ ਕਿਉਂ ਗਲਤ ਲਈ ਜਾਂਦਾ ਮੈਂ? ਹੁਣ ਤੁਸੀਂ ਨਾਲ ਨਾਲ ਦੱਸੋ ਵੀ ਗਲਤ ਕਿਉਂ ਲੈ ਰਹੇ ਹੈ ਆਲ ਕੈਟ ਆਰ ਡੌਗ? ਕਿਉਂਕਿ ਕੈਟ ਆਪਣੇ ਕੋਲੇ ਸਮ ਹੈ, ਕੈਟ ਆਪਣੇ ਕੋਲੇ 50 ਹੈ, ਤਾਂ ਕੈਟ ਨੂੰ ਆਪਾਂ ਆਲ ਨਹੀਂ ਲਿਖ ਸਕਦੇ। ਤੁਹਾਨੂੰ ਦੱਸਿਆ ਨਾ ਵੀ ਦੇਖੋ ਸਮ ਨੂੰ ਆਲ ਲਿਖ ਹੀ ਨਹੀਂ ਸਕਦੇ, ਆਲ ਨੂੰ ਸਮ ਲਿਖ ਸਕਦੇ ਹਾਂ। ਕਾਟੀ ਮਾਰਤੀ ਮੈਂ। ਆਲ ਡੌਗ ਆਰ ਕੈਟ, ਠੀਕ ਹੈ, ਆਲ ਡੌਗ ਆਰ ਕੈਟ ਬਿਲਕੁਲ ਗਲਤ ਹੈ, ਕਿਉਂਕਿ ਡੌਗ ਆਪਣੇ ਕੋਲ ਸਮ ਹੈ, ਸਮ ਨੂੰ ਆਲ ਆਪਾਂ ਲਿਖ ਨਹੀਂ ਸਕਦੇ। ਨੈਕਸਟ ਹੈ ਆਪਣੇ ਕੋਲ ਨੋ ਡੌਗ ਇਜ਼ ਕੈਟ, ਗਲਤ ਹੈ, ਕਿਉਂਕਿ ਕਨਕਲੂਜਨ ਆਪਣਾ ਨੈਗੇਟਿਵ ਆ ਰਿਹਾ ਹੈ, ਸਟੇਟਮੈਂਟ ਆਪਣੀ ਪੋਜ਼ਿਟਿਵ ਹੈ। ਮੈਂ ਤੁਹਾਨੂੰ ਇਹ ਦੱਸਿਆ ਪਹਿਲਾਂ ਰੂਲ 'ਚ, ਠੀਕ ਹੈ। ਹੁਣ ਆਪਸ਼ਨ ਨੰਬਰ 5 ਤੇ ਆ ਜਾਓ। ਆਪਸ਼ਨ ਨੰਬਰ 5 ਕੀ ਕਹਿੰਦੀ ਹੈ? ਸਮ ਡੌਗ ਆਰ ਨੋਟ ਕੈਟ, ਸਮ ਡੌਗ ਆਰ ਨੋਟ ਕੈਟ। ਨੋਟ ਆ ਰਿਹਾ ਹੈ, ਨੈਗੇਟਿਵ ਆ ਰਿਹਾ ਹੈ, ਕਨਕਲੂਜਨ ਆਪਣਾ ਨੈਗੇਟਿਵ ਹੈ, ਸਟੇਟਮੈਂਟ ਆਪਣੀ ਪੋਜ਼ਿਟਿਵ ਹੈ। ਮੈਂ ਤੁਹਾਨੂੰ ਦੱਸਿਆਗਾ ਵੀ ਸਟੇਟਮੈਂਟ ਪੋਜ਼ਿਟਿਵ ਹੈ ਤਾਂ ਕਨਕਲੂਜਨ ਵੀ ਪੋਜ਼ਿਟਿਵ ਹੋਣਾ ਚਾਹੀਦਾ, ਬਿਲਕੁਲ ਗਲਤ ਹੈ। ਕਿਉਂ ਜੀ? ਆਈਆਂ ਗੱਲਾਂ ਸਮਝ। ਦੇਖੋ ਡਾਇਗਰਾਮ ਬਣਾਉਣ ਦੀ ਲੋੜ ਨਹੀਂ, ਜਦੋਂ ਤੁਹਾਡੇ ਦਿਮਾਗ 'ਚ ਗੱਲਾਂ ਆਉਣ ਲੱਗ ਗਈਆਂ ਨਾ ਵੀ ਆਲ ਸਮ, ਹਾਂ ਸਮ ਨੂੰ ਆਲ ਕਰਤਾ, ਆਲ ਨੂੰ ਸਮ ਕਰਤਾ, ਤੁਸੀਂ ਸਾਨੂੰ ਪਿੰਨ ਦੀ ਲੋੜ ਹੀ ਨਹੀਂ ਪੈਣੀ। ਕੀ ਮੈਂ ਡਾਇਗਰਾਮ ਬਣਾ ਰਿਹਾ? ਕੁਝ ਨਹੀਂ ਬਣਾ ਰਿਹਾ, ਮੈਂ ਤਾਂ ਕਨਕਲੂਜਨ ਪੜ੍ਹ ਰਿਹਾ, ਉੱਪਰ ਆਲ ਸਮ ਲਿਖ ਰਿਹਾ ਜਾਂ 50-100 ਲਿਖ ਰਿਹਾ, ਠੀਕ ਹੈ ਨਾ। ਖੇਡ ਸਾਰੀ ਘੁੰਮੂਗੀ ਇਹ ਆਲ ਸਮ ਤੇ, ਠੀਕ ਹੈ। ਦਿੱਕਤ ਕਿੱਥੇ ਆਊ? ਜਿਹੜੇ ਨੈਗੇਟਿਵ ਹੋਣਗੇ ਸਟੈਂਸ, ਉਹ ਮੈਂ ਥੋੜ੍ਹਾ ਜਿਹਾ ਤੁਹਾਨੂੰ ਹੋਰ ਡੀਪਲੀ ਦੱਸਾਂਗਾ ਗੱਲਾਂ, ਠੀਕ ਹੈ। ਇੱਥੇ ਤੁਸੀਂ ਵਧੀਆ ਈਜ਼ੀਲੀ ਮੈਨੂੰ ਲੱਗਦਾ ਵੀ ਸਮਝ ਗਏ ਹੋਵੋਗੇ। ਸਮਝ ਆ ਰਹੀ ਹੈ ਜ਼ਰੂਰ ਕਮੈਂਟ ਸੈਕਸ਼ਨ 'ਚ ਦੱਸਣਾ ਵੀ ਇਸ ਦਾ ਨੈਕਸਟ ਪਾਰਟ ਬਣਾਓ। ਉਹ ਪਾਰਟ ਮੈਂ ਫੇਰ ਹੀ ਬਣਾਵਾਂਗਾ ਜੀ, ਤੁਹਾਨੂੰ ਇਹ ਸਮਝ ਆਵੇਗਾ। ਫਿਰ ਕੀ ਫਾਇਦਾ ਨਾ ਜੀ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ। ਆਪਦੇ ਵੱਲੋਂ ਮੈਂ 100% ਦੇ ਰਿਹਾ। ਚਲੋ ਫਿਰ ਆਪਾਂ ਨੈਕਸਟ ਸਲਾਈਡ ਤੇ ਚੱਲਦੇ ਹਾਂ। ਹੁਣ ਦੇਖੋ ਇਹ ਥੋੜਾ ਜਿਹਾ ਇੱਥੇ ਤੁਸੀਂ ਧਿਆਨ ਨਾਲ ਸਮਝਣਾ। ਸਟੇਟਮੈਂਟ ਕੀ ਦਿੱਤੀ ਆਪਾਂ ਨੂੰ? ਨੋ ਬੁੱਕ ਇਜ ਪੈਨ, ਨੋ ਬੁੱਕ ਇਜ ਪੈਨ। ਮੈਂ ਤੁਹਾਨੂੰ ਇੱਕ ਵਾਰੀ ਗੱਲਾਂ ਦੱਸ ਦਿੰਦਾ ਨੈਗੇਟਿਵ ਵਾਲੀਆਂ। ਮੈਂ ਤੁਹਾਨੂੰ ਦੱਸਿਆ ਸੀ ਜੇ ਤੁਹਾਡਾ ਟੈਂਸ ਨੈਗੇਟਿਵ ਹੈ ਤਾਂ ਨੈਗੇਟਿਵ ਨੋ ਨੂੰ ਆਪਾਂ 100 ਲਿਖਦੇ ਹਾਂ। ਮੈਂ ਪੰਜਾਬੀ 'ਚ ਲਿਖ ਦੇਣਾ ਯਾਰ। ਜੇਕਰ ਤੁਹਾਡਾ ਟੈਂਸ ਨੈਗੇਟਿਵ ਹੈ ਤਾਂ ਉਸ ਦਾ ਆਬਜੈਕਟ 100 ਹੋਵੇਗਾ, ਠੀਕ ਹੈ। ਠੀਕ ਹੈ, ਜੇਕਰ ਤੁਹਾਡਾ ਜਿਹੜਾ ਟੈਂਸ ਹੈਗਾ ਨੈਗੇਟਿਵ ਹੈ ਤਾਂ ਉਸ ਦਾ ਆਬਜੈਕਟ 100 ਹੋਵੇਗਾ। ਇਹ ਵੀ 100, ਇਹ ਵੀ 100। ਗੱਲ ਯਾਦ ਆ ਗਈ? ਮਤਲਬ ਯਾਰ ਇਹ ਗੱਲ ਹੈ ਵੀ ਜੇਕਰ ਤੁਹਾਡਾ ਟੈਂਸ ਨੈਗੇਟਿਵ ਹੈ ਤਾਂ ਉਸਦਾ ਜਿਹੜਾ ਨੋ ਹੈ ਉਹ 100 ਮੰਨਦੇ ਆ, ਠੀਕ ਹੈ। ਜਿਹੜਾ ਆਬਜੈਕਟ ਹੈ ਉਹ ਵੀ 100 ਹੋਵੇਗਾ। ਹੁਣ ਆਪਾਂ 100 ਨੂੰ 50 ਲਿਖ ਸਕਦੇ ਹਾਂ, ਠੀਕ ਹੈ, ਬਟ 50 ਨੂੰ 100 ਨਹੀਂ ਲਿਖ ਸਕਦੇ। ਗੱਲ ਉਹੀ ਘੁੰਮ ਕੇ ਆ ਗਈ। ਸਮ ਨੂੰ ਆਲ ਲਿਖ ਸਕਦੇ, ਠੀਕ ਹੈ, ਸਮ ਨੂੰ ਆਲ ਨਹੀਂ ਲਿਖ ਸਕਦੇ, ਆਲ ਨੂੰ ਸਮ ਲਿਖ ਸਕਦੇ ਹਾਂ, ਠੀਕ ਹੈ। ਇੱਕ ਗੱਲ ਇਹਦੇ ਵਿੱਚ ਹੋਰ ਯਾਦ ਰੱਖਣਾ, ਮੈਂ ਤੁਹਾਨੂੰ ਕਰਾਈ ਤਾਂ ਹੋਈ ਹੈ ਰੂਲ, ਸੈਕਿੰਡ ਕਰਾਇਆ ਰੂਲ, ਮੇ ਵੀ ਫਸਟ ਕਰਾਏਗਾ। ਉਸ ਵਿੱਚ ਕਰਾਇਆ ਸੀ ਜੇਕਰ ਤੁਹਾਡਾ ਟੈਂਸ ਨੈਗੇਟਿਵ ਹੈ, ਮਤਲਬ ਜੇਕਰ ਤੁਹਾਡੀ ਸਟੇਟਮੈਂਟ ਨੈਗੇਟਿਵ ਹੈ ਤਾਂ ਕਨਕਲੂਜਨ ਵੀ ਨੈਗੇਟਿਵ ਹੋਵੇਗਾ। ਵੀਡੀਓ ਨੂੰ ਭਜਾਉਣਾ ਨਾ, ਵੀਡੀਓ ਨੂੰ ਫਾਸਟ ਨਾ ਕਰਨਾ, ਗੱਲਾਂ ਸੁਣਦੇ ਜਾਣਾ, ਠੀਕ ਹੈ। ਜੇਕਰ ਤੁਹਾਡੀ ਸਟੇਟਮੈਂਟ ਨੈਗੇਟਿਵ ਹੈ ਤਾਂ ਕਨਕਲੂਜਨ ਵੀ ਨੈਗੇਟਿਵ ਹੋਵੇਗਾ। ਜੇਕਰ ਤੁਹਾਡਾ ਟੈਂਸ ਪੋਜ਼ਿਟਿਵ ਹੈ ਤਾਂ ਕਨਕਲੂਜਨ ਵੀ ਪੋਜ਼ਿਟਿਵ ਹੋਵੇਗਾ। ਗੱਲਾਂ ਵਾਰੀ ਦਿਮਾਗ 'ਚ ਯਾਦ ਕਰੋ, ਸੁਪਨੇ ਲਓ, ਠੀਕ ਹੈ। ਤਾਂ ਕਨਕਲੂਜਨ ਕੀ ਹੈ ਆਪਣੇ ਕੋਲੇ? ਦੇਖੋ ਨੋ ਪੈਨ ਇਜ ਬੁੱਕ, ਕਨਕਲੂਜਨ ਆਪਣਾ ਨੈਗੇਟਿਵ ਹੈ ਤਾਂ ਆਪਾਂ ਨੂੰ ਚੈੱਕ ਕਰਨਾ ਪਊ। ਜੇਕਰ ਪੋਜ਼ਿਟਿਵ ਹੁੰਦਾ ਸਿੱਧੀ ਕਾਟੀ ਮਾਰ ਦੋ ਅੱਖਾਂ ਵਿੱਚ ਕੀ, ਕਿਉਂਕਿ ਕਨਕਲੂਜਨ ਜੇਕਰ ਟੈਂਸ ਆਪਣਾ ਨੈਗੇਟਿਵ ਹੈ ਤਾਂ ਕਨਕਲੂਜਨ ਵੀ ਨੈਗੇਟਿਵ ਆਊਗਾ, ਠੀਕ ਹੈ। ਤਾਂ ਹੁਣ ਆਪਣੇ ਕੋਲ ਕੀ ਹੈ? ਨੋ ਪੈਨ ਇਜ਼ ਬੁੱਕ। ਪੈਨ ਆਪਣੇ ਕੋਲ ਕੀ ਹੈ? 100। ਬੁੱਕ ਆਪਣੇ ਕੋਲ ਇੱਥੇ ਕੀ ਹੈ? ਕਿਉਂਕਿ ਜੇਕਰ ਤੁਹਾਡਾ ਟੈਂਸ ਨੈਗੇਟਿਵ ਹੈ, ਆਬਜੈਕਟ ਵੀ ਉਸਦਾ 100 ਹੋਵੇਗਾ। ਉੱਪਰ ਵੀ ਦੋਨੋਂ 100 ਹੈ ਤਾਂ 100 ਨੂੰ 100 ਵੀ ਲਿਖ ਸਕਦੇ ਹਾਂ, 100 ਨੂੰ 50 ਵੀ ਲਿਖ ਸਕਦੇ ਹਾਂ, ਬਟ 50 ਨੂੰ 100 ਨਹੀਂ ਲਿਖ ਸਕਦੇ। ਗੱਲ ਕਿੰਨੀ ਯਾਦ ਰੱਖਣੀ ਹੈ? ਜਿਹੜੀ ਦਿਮਾਗ 'ਚ ਫਿੱਟ ਕਰੋ, ਦਿਮਾਗ ਵਿੱਚ ਫਿੱਟ ਕਰੋ। ਕੀ ਫਿੱਟ ਕਰੋ? 50 ਨੂੰ 100 ਲਿਖ ਨਹੀਂ ਸਕਦੇ ਕਨਕਲੂਜਨ 'ਚ, 100 ਨੂੰ 50 ਆਪਾਂ ਕਨਕਲੂਜਨ 'ਚ ਲਿਖ ਸਕਦੇ ਹਾਂ। ਆਲ ਨੂੰ ਸਮ ਲਿਖ ਸਕਦੇ ਹਾਂ, ਸਮ ਨੂੰ ਆਲ ਨਹੀਂ ਲਿਖ ਸਕਦੇ। ਤਾਂ ਹੁਣ ਆਪਣੇ ਕੋਲੇ ਇੱਥੇ ਵੀ 100 ਹੈ, ਉਰੇ ਵੀ 100 ਹੈ, ਉਰੇ ਵੀ ਆਲ ਹੈ, ਇੱਥੇ ਵੀ ਆਲ ਹੈ। ਕਨਕਲੂਜਨ ਤਾਂ ਬਿਲਕੁਲ ਰਾਈਟ ਹੈ। ਆਈ ਹੋਪ ਤੁਹਾਨੂੰ, ਦੇਖੋ ਸਭ ਤੋਂ ਜ਼ਿਆਦਾ ਕਨਫਿਊਜ਼ ਸਟੂਡੈਂਟ ਨੋ ਵਾਲੇ 'ਚ ਹੁੰਦੇ ਨੇ, ਬਟ ਤੁਸੀਂ ਨਹੀਂ ਹੋਣਾ ਕਿਉਂਕਿ ਪੰਜਾਬ ਮੈਂਟੋਰ YouTube ਚੈਨਲ 'ਤੇ ਪੜ੍ਹ ਰਹੇ ਹੋ, ਠੀਕ ਹੈ। ਆਈ ਹੋਪ ਸਮਝ ਆ ਗਿਆ। ਨਹੀਂ ਆਇਆ ਕੋਈ ਗੱਲ ਨਹੀਂ ਯਾਰ, ਕਮੈਂਟ ਕਰਿਓ, ਤੁਹਾਨੂੰ ਜ਼ਰੂਰ ਫਿਰ ਰਿਪਲਾਈ ਦੇਵਾਂਗੇ। ਨੈਕਸਟ ਆਪਣੇ ਕੋਲ ਟੈਂਸ ਸੈਕਿੰਡ ਹੈ।
ਸਮ ਪੈਨਸ ਆਰ ਨੋਟ ਬੁੱਕ। ਹੁਣ ਆਪਣੇ ਕੋਲੇ ਸਮ ਕੀ ਹੈ 50 ਹੈ, ਠੀਕ ਹੈ। ਬੁੱਕ ਕੀ ਹੈ ਆਪਣੇ ਕੋਲੇ, ਇਹ ਵੀ 50 ਹੈ, ਕਿਉਂਕਿ ਸੌਰੀ ਇਹ 50 ਨਹੀਂ ਹੈਗਾ ਕਿਉਂਕਿ ਇਹ 100 ਹੈ। ਦੇਖੋ ਮੈਂ ਵੀ ਕਨਫਿਊਜ਼ ਹੋ ਗਿਆ, ਮੈਂ ਵੀ ਗਲਤ ਲਿਖਤਾ, ਸੌਰੀ ਕੋਈ ਗੱਲ ਨਹੀਂ, ਇਟ ਇਜ਼ ਓਨਲੀ ਹਿਊਮਨ ਐਰਰ, ਠੀਕ ਹੈ। ਤਾਂ ਸਮ ਪੈਨਸ ਆਰ ਨੋਟ ਬੁੱਕ, ਠੀਕ ਹੈ, ਕਿਉਂਕਿ ਜਿਹੜਾ ਆਪਣੇ ਕੋਲੇ ਟੈਂਸ ਨੋਟ ਵਾਲਾ ਨੋ ਵਾਲਾ ਹੈ ਤਾਂ ਉਸਦਾ ਜਿਹੜਾ 100 ਹੁੰਦਾ ਹੈਗਾ, ਤੁਹਾਨੂੰ ਮੈਂ ਦੱਸਿਆ ਨੋ ਵਾਲਾ ਟੈਂਸ 100 ਹੁੰਦਾ ਹੈਗਾ। ਇਹ 50 ਕਿਉਂ ਲਿਖਿਆ, ਇਹ ਸਮ ਪਹਿਲੀ ਦਿੱਤਾ ਪਿਆ ਯਾਰ, ਸਮ ਪੈਨ ਪਹਿਲੀ ਕਿਹਾ ਪਿਆ ਤਾਂ 50 ਲਿਖਾਂਗੇ, ਠੀਕ ਹੈ। ਤਾਂ ਬੁੱਕ ਨੂੰ ਆਪਾਂ 100 ਲਿਖਾਂਗੇ ਕਿਉਂਕਿ ਨੋ ਲਾਇਆ ਪਿਆ, ਨੋ ਵਾਲਾ 100 ਹੁੰਦਾ ਹੈਗਾ, ਠੀਕ ਹੈ। ਤਾਂ ਆਪਣੇ ਕੋਲੇ ਪੈਨ ਇੱਥੇ 100 ਹੈ, ਬਟ 100 ਨੂੰ ਆਪਾਂ 50 ਲਿਖ ਸਕਦੇ ਹਾਂ, ਲਿਖਤਾ ਜੀ, ਠੀਕ ਹੈ। ਤਾਂ 100 ਨੂੰ ਆਪਾਂ 100 ਤਾਂ ਲਿਖ ਹੀ ਸਕਦੇ ਹਾਂ, 50 ਵੀ ਲਿਖ ਸਕਦੇ ਹਾਂ, ਤਾਂ ਲਿਖਤਾ ਜੀ, ਬਿਲਕੁਲ ਰਾਈਟ ਹੈ। ਆਪਸ਼ਨ ਨੰਬਰ ਜਿਹੜਾ ਸੈਕਿੰਡ ਟੈਂਸ ਹੈ ਇਹ ਵੀ ਆਪਣਾ ਰਾਈਟ ਹੈਗਾ। ਹੁਣ ਆਪਾਂ ਥਰਡ 'ਤੇ ਚੱਲਦੇ ਹਾਂ। ਸਮ ਬੁੱਕ ਆਰ ਨੋਟ ਪੈਨ, ਇਹ ਆਪਣੇ ਕੋਲੇ 100 ਹੈ, ਇਹ ਆਪਣੇ ਕੋਲੇ 50 ਹੈ, ਮਤਲਬ ਇਹ ਆਪਣੇ ਕੋਲੇ ਸਮ ਹੈ, ਇਹ ਆਪਣੇ ਕੋਲੇ ਆਲ ਹੈ, ਠੀਕ ਹੈ। ਤਾਂ ਹੁਣ ਆਪਣੇ ਕੋਲੇ ਬੁੱਕ ਹੈ, ਇੱਥੇ ਵੀ ਆਪਣੇ ਕੋਲ 100 ਹੈ, ਇੱਥੇ ਆਪਣੇ ਕੋਲੇ 50 ਹੈ, ਤਾਂ 100 ਨੂੰ 50 ਲਿਖ ਸਕਦੇ ਹਾਂ। ਪੈਨ ਆਪਣੇ ਕੋਲੇ ਦੋਨੋਂ ਥਾਂ 100 ਹੈ, ਤਾਂ ਇਹ ਵੀ ਰਾਈਟ ਹੈ। ਮਤਲਬ ਖੇਡ ਯਾਰ 150 ਸਮ ਆਲ ਦੀ ਹੈ ਸਾਰੀ, ਠੀਕ ਹੈ। ਕਹਿਣ ਦਾ ਭਾਵ ਇਹ ਹੈ ਯਾਰ, ਮੈਂ ਤੁਹਾਨੂੰ ਦੇਸੀ ਤਰੀਕਾ ਦੱਸਦਾ ਵੀ ਆਪਣੇ ਕੋਲੇ ਸਟੇਟਮੈਂਟ ਹੈ ਤੇ ਕਨਕਲੂਜਨ ਹੈ। ਸਟੇਟਮੈਂਟ 'ਚ 100 ਹੈ, ਨੀਚੇ ਕਨਕਲੂਜਨ 'ਚ 50-50 ਆਈ ਜਾਂਦਾ, ਟਿਕ ਮਾਰ ਦਿਓ। ਸਟੇਟਮੈਂਟ 'ਚ ਦੋਨੇ ਦਾ 100 ਹੈ, ਨੀਚੇ 50-50 ਆਈ ਜਾਂਦਾ, ਠੀਕ ਕਰ ਦਿਓ, ਠੀਕ ਹੈ। ਜੇਕਰ ਸਟੇਟਮੈਂਟ 'ਚ 50 ਹੈ, ਸਟੇਟਮੈਂਟ 'ਚ ਤੁਹਾਡੇ ਕੋਲੇ 50 ਹੈ, ਕਨਕਲੂਜਨ 'ਚ 100 ਆਈ ਜਾਂਦਾ, ਕਾਟੀ ਮਾਰ ਦਿਓ, ਬਸ ਗੱਲ ਹੀ ਖੇਡ ਯਾਰ 150 ਦੀ ਹੈ ਸਾਰੀ, ਇਹ ਆਪਣੇ ਚੈਪਟਰ 'ਚ, ਠੀਕ ਹੈ। ਹੁਣ ਆਪਣੇ ਕੋਲੇ ਫੋਰਥ ਟੈਂਸ ਆ ਗਿਆ। ਆਲ ਪੈਨ ਆਰ ਬੁੱਕ, ਟੈਂਸ ਹੈਗਾ ਜੀ ਪੋਜ਼ਿਟਿਵ, ਸਟੇਟਮੈਂਟ ਹੈ ਜੀ ਨੈਗੇਟਿਵ। ਤਾਂ ਮੈਂ ਤੁਹਾਨੂੰ ਦੱਸਿਆ ਸਟੇਟਮੈਂਟ ਇਜ਼ ਪੋਜ਼ਿਟਿਵ, ਠੀਕ ਹੈ, ਤਾਂ ਕਨਕਲੂਜਨ ਮਸਟ ਵੀ ਪੋਜ਼ਿਟਿਵ। ਸਟੇਟਮੈਂਟ ਇਜ਼ ਨੈਗੇਟਿਵ ਤਾਂ ਕਨਕਲੂਜਨ ਵੀ ਨੈਗੇਟਿਵ ਹੋਣਾ ਚਾਹੀਦਾ ਹੈ, ਕਾਟੀ ਮਾਰ ਦਿਓ, ਪੋਜ਼ਿਟਿਵ ਆ ਰਿਹਾ, ਠੀਕ ਹੈ ਜੀ। ਹੁਣ ਆਪਾਂ ਕੋਈ ਲਾਸਟ ਟੈਂਸ ਹੈ, ਆਲ ਬੁੱਕ ਆਰ ਪੈਨ, ਠੀਕ ਹੈ, ਕਨਕਲੂਜਨ ਹੈਗਾ ਪੋਜ਼ਿਟਿਵ, ਸਟੇਟਮੈਂਟ ਹੈਗੀ ਨੈਗੇਟਿਵ, ਕਾਟੀ ਮਾਰ ਦਿਓ। ਕਿੰਨਾ ਸੌਖਾ ਜੀ, ਦੇਖੋ ਨਾ ਕੋਈ ਡਾਇਗਰਾਮ ਦੀ ਲੋੜ, ਤੁਸੀਂ ਇਹਨੂੰ ਕਾਲੀ ਕਾਲੀ ਕਰੋਗੇ, ਦੁਬਾਰਾ ਫੇਰ ਦੱਸ ਦੇਣਾ ਮੈਂ, ਤੁਸੀਂ ਇਸ ਨੂੰ ਜਮਾ ਐਂਡ ਲਾ ਦੋਗੇ ਸਿਰਾ ਕਾਲੀ ਕਾਲੀ ਕਰਕੇ, ਕਿਉਂਕਿ ਜਦੋਂ ਤੁਹਾਨੂੰ ਨਾ ਡਾਇਗਰਾਮ ਬਣਾਉਣ ਦੀ ਲੋੜ ਪੈਣੀ ਹੈ, ਨਾ ਪੈਨ ਚੱਕਣ ਦੀ ਲੋੜ ਪੈਣੀ ਹੈ, ਤੁਸੀਂ ਕਨਕਲੂਜਨ ਪੜ੍ਹਨਾ ਹੈ, ਬਸ ਸਮ 50 150 ਦੇਖਦੇ ਜਾਣਾ ਔਰ ਸਮ, ਤੇ ਉਹਦੀ ਤੁਸੀਂ ਠੀਕ ਕਰ ਦੋਗੇ ਉਹਨੂੰ, ਠੀਕ ਹੈ। ਦੇਖੋ ਮੈਂ ਇਹ ਸਾਰਾ ਅਰੇਂਜ ਕਰਤਾ, ਇਹ ਸਾਰਾ ਮੈਂ ਕੀ ਕਰਤਾ, ਅਰੇਂਜ ਕਰਤਾ ਤੁਹਾਡੇ ਲਈ ਦੁਬਾਰਾ ਰਿਪੀਟ ਕਰਨ ਵਾਸਤੇ। ਦੇਖੋ नो पेन इज बुक, ठीक है, तो उपर अपने को दोनों 100 है, बस टिक मारता। हुण तुसीं क्यों मारता, मैं समझ गया उपर 100 है, नीचे अपना टेंस है, कनकलूजन है नैगेटिव है, उपर भी नैगेटिव है, तो मैं टिक मारता क्योंकि नीचे अपना 100, ठीक है, 100 तो आ ही रहा है, ठीक है, एक पासे 50 रहा, मैं माइंड च आ गया भी हाँ जी ठीक है, बस इस तरह करोगे तुसीं, ठीक है। हुण अपने को सैकेंड टेंस में टिक मारता, सही क्यों मारता, क्योंकि अपना जो उपर स्टेटमेंट नैगेटिव है, तो ये भी अपना की है इतने, ठीक है, नैगेटिव है, ये भी नैगेटिव है, मैं देख लिया। उदों बाद फिर मैंने पता भी ये राइट है, क्योंकि उपर जेकर 100 आ रहे हैं, जेकर नीचे 50 कोई चक्कर ही नहीं है, 100 ਨੂੰ 50 लिख सकता, मैं टिक मारती, बस मैं देख में नहीं रहा है भी पॉजिटिव है या नैगेटिव है। ये अपने को नैगेटिव है, मैं चैक करूँगा माड़ा या, हाँ जी ये अपना 100 है, ये अपना 50 है, हाँ ठीक है, क्यों ठीक है, क्यों टिक मारती, क्योंकि उपर 100 है, 50 तो लिख ही सकते हैं, आप 100 भी लिख सकते हैं, ठीक है। ये मैं काटी पहली मारती देखण सार, क्यों मारती, क्योंकि पॉजिटिव ने, स्टेटमेंट नैगेटिव है। आई होप तुहानू समझ आ गया होवेगा। अपने सारे फ्रेंडां विच शेयर जरूर कर दो, किसी दी गल पल्ले पै जी कोई, ठीक है, माड़ी गल नहीं हुंदी, गल्ली आपां थोड़ियां थोड़ियां इंग्लिश च लिखियां ने, दस्सिया सारा कुछ ही पंजाबी च हैगा, ठीक है। चलो चलदे नैक्सट आपां स्टेटमेंट ते। स्टेटमेंट की कहंदी है जी, सम कार्स आर नॉट बसिस, सम कार्स आर नॉट बसिस, ये आप 50 लिखांगे क्योंकि सम हैगा, ये आप 100 लिखांगे क्योंकि अपने कोले नैगेटिव हैगा, इन्ना पता चल गया जी। चलो स्टेटमेंट ते चलते हैं। सम बसिस आर नॉट कार, नॉट कार मीनस 100, इत्थे कार की है 50, काटी मार दो जी, ठीक है। नैक्सट चलते हैं। नो बस इज कार, बस की अपने कोले 100, कार की इत्थे अपने कोले 100, क्यों 100 लईए मैं कार, क्योंकि जेकर टेंस नैगेटिव तां उसका ऑब्जेक्ट की हुंदा हैगा 100, ठीक है। तो इत्थे अपने कोले कार 100 है, ठीक है, इत्थे अपने कोले कार की है, कार 100 है, बट कार इत्थे 50 है, 50 नूं आपां 100 नहीं लिख सकते, तो काटी मार दो। नो कार इज बस, कार अपने कोले 100 है, इत्थे कार अपने कोले 50 है, काटी मार दो। सम बस आर कार,
ठीक है। स्टेटमेंट अपनी नेगेटिव है, कंक्लूजन अपना पॉजिटिव है, काटी मार दो। ठीक है, स्टेटमेंट अपनी नेगेटिव है, कंक्लूजन अपना पॉजिटिव है, काटी मार दो, सारे गलत। क्यों जी, देख लिया सवाल। ठीक है, देखो जी ਅੱਜ ਦੀ ਆਪਾਂ ਜਿਹੜੀ 30 ਮਿੰਟ ਦੀ ਵੀਡੀਓ ਹੈਗੀ ਹੈ ਇਹ ਸਾਰੀ। ਠੀਕ ਹੈ, ਸਾਰੀ ਵੀਡੀਓ ਤੁਸੀਂ 2 ਵਾਰ ਦੇਖੋ, 3 ਵਾਰ ਦੇਖੋ, ਬੇਸ ਆਪਦਾ ਬਣਾ ਲਓ। ਠੀਕ ਹੈ, ਤੇ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਇਹੀ ਕਰਿਓ ਵੀ ਸੈਕੰਡ ਪਾਰਟ ਲਿਆਓ ਜੀ, ਸੈਕੰਡ ਪਾਰਟ ਲਿਆਓ ਜੀ, ਫਿਰ ਆਪਾਂ ਲਿਆ ਦਾਂਗੇ, ਕਿਉਂਕਿ ਮੈਨੂੰ ਇਹ ਲੱਗੂਗਾ ਤੁਹਾਨੂੰ ਸਮਝ ਆਇਆ। ਕਿਉਂਕਿ ਜੀ ਦੇਖੋ, ਜੇਕਰ ਤੁਹਾਨੂੰ ਫਸਟ ਪਾਰਟ ਸਮਝ ਆਊਗਾ, ਦੇਖੋ ਮੈਂ ਆਪਦੇ ਵੱਲੋਂ 100% ਦਿੱਤਾ ਹੈਗਾ, ਤੁਸੀਂ ਵੀ 100% ਦੇਣਾ, ਕੋਈ ਗੱਲ ਨਹੀਂ। ਕਿਤੇ ਡਾਊਟ ਹੋਇਆ ਮੇਲ ਕਰ ਦਿਓ, ਕਮੈਂਟ ਕਰ ਦਿਓ, ਤੁਹਾਡਾ ਰਿਪਲਾਈ ਦਿੱਤਾ ਜਾਵੇਗਾ। ਠੀਕ ਹੈ, ਬਟ ਤੁਸੀਂ ਜੇਕਰ ਸੈਕੰਡ ਪਾਰਟ ਤੁਹਾਨੂੰ ਚਾਹੀਦਾ, ਸੈਕੰਡ ਪਾਰਟ ਜ਼ਰੂਰੀ ਹੈ, ਕਿਉਂਕਿ ਐਗਜ਼ਾਮ 'ਚ ਤਾਂ ਉਹੀ ਪ੍ਰਸ਼ਨ ਆਉਂਦੇ ਨੇ। ਅੱਜ ਤਾਂ ਮੈਂ ਤੁਹਾਡਾ ਬੇਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਐਗਜ਼ਾਮ 'ਚ ਤੁਹਾਨੂੰ ਜਿਹੜੀਆਂ ਸਟੇਟਮੈਂਟਾਂ ਹੋਣਗੀਆਂ 2-2 3-3 ਹੋਣਗੀਆਂ, ਇਹਨਾਂ ਨੂੰ ਜੋੜਨਾ ਕਿਵੇਂ ਹੈ, ਇਹ ਕਨੈਕਸ਼ਨ ਸਿੱਖ ਗਏ ਨਾ ਤਾਂ ਸਕਿੰਟਾਂ ਦੇ ਚੁਟਕੀਆਂ ਦੇ ਵਿੱਚ ਕਰੋਗੇ ਤੁਸੀਂ ਸਿਲੋਜਿਜ਼ਮ ਚੈਪਟਰ। ਠੀਕ ਹੈ, ਬਟ ਗੱਲ ਕੀ ਹੈ ਜੀ, ਦੇਖੋ ਤੁਹਾਡੀ ਡਿਮਾਂਡ ਦੀ ਮੈਂ ਕਲਾਸ ਬਣਾਈ ਸੀ। ਠੀਕ ਹੈ, ਆਪਦੇ ਵੱਲੋਂ ਮੈਂ ਤੁਹਾਨੂੰ ਨਹੀਂ, ਮੈਂ ਬਣਾ ਤਾਂ 2 ਘੰਟੇ ਵੀ ਦਿੰਦਾ। ਠੀਕ ਹੈ, ਬਟ 30 ਮਿੰਟ ਦੀ ਕਲਾਸ ਹੈ, ਸਾਰੀ ਤੁਹਾਡਾ ਬੇਸ ਬਣਾ ਦੂਗੀ। ਠੀਕ ਹੈ, ਨੈਕਸਟ ਜਿਹੜੀ ਅੱਗੇ ਕਰਾਉਣਾ ਉਹ ਮੈਂ ਕਰਾਉਣਾ ਹੈਗਾ। ਇੱਥੋਂ ਤੱਕ ਜੇ ਗੱਲਾਂ ਸਮਝ ਆ ਗਈਆਂ, ਅੱਗੇ ਤੁਹਾਨੂੰ ਜਮਾਂ ਪ੍ਰੋਬਲਮ ਨਹੀਂ ਆਵੇਗੀ। ਡਿਮਾਂਡ ਤੁਹਾਡੀ ਸੀ, ਕਮੈਂਟ ਵੀ ਜ਼ਿਆਦਾ ਤੋਂ ਜ਼ਿਆਦਾ ਕਰਨਾ ਵੀ ਸੈਕੰਡ ਪਾਰਟ ਜਲਦੀ ਲਿਆਇਆ ਜਾਵੇ। ਠੀਕ ਹੈ, ਤੇ ਇਸ ਕਲਾਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦੇਣਾ। ਸਬਸਕ੍ਰਾਈਬ ਤਾਂ ਚੈਨਲ ਕਰਨੀ ਕਰਨਾ ਹੈ, ਸ਼ੇਅਰ ਵੀ ਕਰਨਾ ਹੈਗਾ। ਠੀਕ ਹੈ ਜੀ, ਚਲੋ ਜੇ ਕਿਤੇ ਕੋਈ ਗਲਤੀ ਰਹਿ ਗਈ ਸੋ ਉਸ ਦੇ ਲਈ ਅਸੀਂ ਸੌਰੀ ਮੰਗਦੇ, ਬਟ ਆਪਦੇ ਕੋਲ 100% ਦਿੱਤੇ, ਬਿਲਕੁਲ ਸਹੀ ਕਲਾਸ ਹੈ, ਐਕੂਰੇਟ ਹੈ 100%। ਤੁਹਾਡਾ ਜਿਹੜਾ ਸਿਲੋਜਿਜ਼ਮ ਚੈਪਟਰ ਦਾ ਸਵਾਲ ਹੈਗਾ ਨਾ, ਐਗਜ਼ਾਮ ਦੇ ਵਿੱਚ ਗਲਤ ਨਹੀਂ ਹੋਵੇਗਾ, ਇਸ ਗੱਲ ਦੀ ਗਾਰੰਟੀ ਲੈਂਦੇ ਆ। ਠੀਕ ਹੈ, ਬਾਕੀ ਚਲੋ ਜੀ, ਤੁਸੀਂ ਵੀ ਆਪਦੇ ਵੱਲੋਂ 100% ਦੇਣਾ, ਸਮਝ ਤੁਹਾਨੂੰ ਬਿਲਕੁਲ ਆਵੇਗਾ। ਠੀਕ ਹੈ, ਕਿਉਂਕਿ ਜੋ ਮਿਹਨਤ ਕਰਦਾ ਹੈਗਾ ਉਸ ਦੇ ਸਾਹਮਣੇ ਕੁਝ ਨਹੀਂ ਅੜਦਾ। ਠੀਕ ਹੈ, ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਠੀਕ ਹੈ, ਸਾਰਾ ਕੁਝ ਪ੍ਰੈਕਟਿਸ 'ਤੇ ਡਿਪੈਂਡ ਹੈਗਾ, ਧਿਆਨ ਲਾਉਣ 'ਤੇ ਡਿਪੈਂਡ ਹੈਗਾ, ਤੁਹਾਡਾ ਸਾਰਾ ਸਹੀ ਹੋਵੇਗਾ। ਸੋ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕਸ ਫॉर ਵਾਚਿੰਗ, ਟੇਕ ਕੇਅਰ।